ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ 5th ਐਡੀਸ਼ਨ। ਆਪਣੀ ਯੂਨਿਟ ਹੈ ਜਿਹੜੀ ਉਹ ਆਪਾਂ ਕਰਨ ਜਾ ਰਹੇ ਹਾਂ ਯੂਨਿਟ ਨੰਬਰ 11। ਇਸ ਦੇ ਵਿੱਚ ਆਪਾਂ ਕੀ ਕਰਨ ਜਾ ਰਹੇ ਹਾਂ, ਦੇਖੋ ਆਪਣਾ ਟੌਪਿਕ ਕੀ ਹੈ, ਹਾਊ ਲੌਂਗ ਹੈਵ ਯੂ ਬੀਨ। ਮਤਲਬ ਕਿ ਜਿਹੜਾ ਆਪਣਾ ਮੇਨ ਟੌਪਿਕ ਹੈ ਹਾਊ ਲੌਂਗ ਵਾਲਾ ਆਪਾਂ ਟੌਪਿਕ ਹੈ ਜਿਹੜਾ ਉਹ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਇਸ ਤੋਂ ਜਿਹੜਾ ਆਪਾਂ ਪਿੱਛੇ ਯੂਨਿਟਸ ਆਪਾਂ ਕਰ ਚੁੱਕੇ ਹਾਂ ਉਸ ਦੇ ਵਿੱਚ ਦੇਖੋ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਵੀ ਆਪਾਂ ਕਰ ਚੁੱਕੇ ਹਾਂ, ਪ੍ਰੈਜ਼ੈਂਟ ਪਰਫੈਕਟ ਟੈਂਸ ਵੀ ਆਪਾਂ ਕਰ ਚੁੱਕੇ ਹਾਂ। ਉਹਨਾਂ ਦੀ ਪਹਿਚਾਣ ਤੁਹਾਨੂੰ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ, ਪੂਰਾ ਸਟਰਕਚਰ ਉਹਨਾਂ ਦਾ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣਾ ਚਾਹੀਦਾ ਹੈ। ਹੁਣ ਆਪਾਂ ਗੱਲ ਕਰ ਰਹੇ ਹਾਂ ਹਾਊ ਲੌਂਗ ਦੀ। ਤੁਸੀਂ ਦੇਖੋ ਇੱਕ ਚੀਜ਼ ਆਪਾਂ ਸਿੱਖੀ ਹੋਈ ਹੈ ਪਹਿਲਾਂ ਪਿਛਲੀ ਯੂਨਿਟ ਦੇ ਵਿੱਚ ਵੀ, ਜਦੋਂ ਆਪਾਂ ਹਾਊ ਲੌਂਗ ਦਾ ਯੂਜ਼ ਕਰਦੇ ਹਾਂ ਸੈਂਟੈਂਸ ਦੇ ਵਿੱਚ, ਮੰਨ ਲਓ ਆਪਾਂ ਹਾਊ ਲੌਂਗ ਤੋਂ ਕਿਸੇ ਤੋਂ ਆਪਾਂ ਕੋਈ ਕੁਐਸਚਨਿੰਗ ਕਰ ਰਹੇ ਹਾਂ, ਪ੍ਰਸ਼ਨ ਪੁੱਛ ਰਹੇ ਹਾਂ, ਜਦੋਂ ਆਪਾਂ ਕਿਸੇ ਤੋਂ ਕੋਈ ਪ੍ਰਸ਼ਨ ਪੁੱਛਦੇ ਹਾਂ ਹਾਊ ਲੌਂਗ ਦਾ ਯੂਜ਼ ਕਰਕੇ ਤਾਂ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਜਿਹੜਾ ਆਪਣਾ ਟੈਂਸ ਹੈ ਉਸ ਦਾ ਯੂਜ਼ ਕਰਦੇ ਹਾਂ, ਹੈ ਨਾ। ਇਸ ਤੋਂ ਇਲਾਵਾ ਜੇਕਰ ਆਪਾਂ ਕਿਸੇ ਦੇ ਕੁਐਸਚਨ ਦਾ ਆਨਸਰ ਦਿੰਨੇ ਆ, ਮੰਨ ਲਓ ਹਾਊ ਲੌਂਗ ਦਾ ਆਨਸਰ ਦਿੰਨੇ ਆਪਾਂ, ਜਾਂ ਫਿਰ ਕਹਿ ਲਓ ਜਦੋਂ ਆਪਾਂ ਕਿਸੇ ਦਾ ਕੋਈ ਆਨਸਰ ਦਿੰਨੇ ਆ, ਅਫਰਮੇਟਿਵ ਸੈਂਟੈਂਸ ਆਪਾਂ ਬਣਾਉਣੇ ਆ, ਤਾਂ ਉਸ ਦੇ ਵਿੱਚ ਜਦੋਂ ਐਂਡ ਤੇ ਆਪਾਂ ਇਸ ਤਰ੍ਹਾਂ ਯੂਜ਼ ਕਰਦੇ ਹਾਂ, ਟਾਈਮ ਯੂਜ਼ ਕਰਦੇ ਐਂਡ ਤੇ, ਇਸ ਤਰ੍ਹਾਂ ਫॉर ਅ ਲੌਂਗ ਟਾਈਮ, ਫॉर 2 ਆਵਰਸ, फॉर 3 डेज, सिंस मॉर्निंग, सिंस 2 o'clock, फॉर मैनी ईयर्स। इस तरह जो सेंटेंस के एंड ते यूज होंदा है तो उदों भी आप किहड़ा टेंस यूज करते हैं, किहड़ा टेंस बनाउने आ, प्रेजेंट परफेक्ट कंटीन्यूस। ये सारिਆਂ ਨੂੰ पता है तुहानू। देखो आप एक एग्जाम्पल ले लैंदे आ, जिस तरह आप किस तो कोई प्रश्न पूछ रहे हैं, देखो हाउ लॉन्ग तो स्टार्ट हो रहा है, हाउ लॉन्ग हैव यू बीन वर्किंग देयर। ਤੁਸੀਂ ਇੱਥੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ। ਦੇਖੋ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੋ ਗਿਆ ਕਿਉਂਕਿ ਹਾਊ ਲੌਂਗ ਤੋਂ ਆਪਾਂ ਕਿਸੇ ਤੋਂ ਸਟਾਰਟ ਕਰ ਰਹੇ ਹਾਂ ਪ੍ਰਸ਼ਨ ਪੁੱਛਣਾ। ਹੁਣ ਜਦੋਂ ਇਸ ਦਾ ਆਨਸਰ ਕੋਈ ਦੇਊਗਾ ਉਹ ਆਪਾਂ ਨੂੰ ਟਾਈਮ ਦੱਸੂਗਾ ਵੀ ਕਿੰਨੇ ਸਮੇਂ ਤੋਂ। ਜਦੋਂ ਆਪਾਂ ਸਮਾਂ ਦੱਸਦੇ ਆ ਤਾਂ ਉਦੋਂ ਵੀ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦਾ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਦੇਖੋ ਇਸ ਨੇ ਫਿਰ ਉਸ ਤੋਂ ਬਾਅਦ ਆਨਸਰ ਦਿੱਤਾ, ਆਈ ਹੈਵ ਬੀਨ ਵਰਕਿੰਗ ਦੇਅਰ ਫॉर 2 years। ਮੈਂ ਇੱਥੇ 2 ਸਾਲਾਂ ਤੋਂ ਕੰਮ ਕਰਦਾ ਆ ਰਿਹਾ ਹਾਂ। ਤਾਂ ਕਿਹੜਾ ਟੈਂਸ ਹੋਇਆ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਇਹ ਤਾਂ ਇੱਕ ਸਿੰਪਲ ਗੱਲ ਆ ਗਈ। ਹਾਊ ਲੌਂਗ ਦਾ ਜਦੋਂ ਆਪਾਂ ਜਵਾਬ ਦਿੰਨੇ ਆ ਜਾਂ ਹਾਊ ਲੌਂਗ ਆਪਾਂ ਯੂਜ਼ ਕਰਕੇ ਪ੍ਰਸ਼ਨ ਪੁੱਛਦੇ ਆ ਤਾਂ ਆਪਾਂ ਕਿਹੜਾ ਟੈਂਸ ਬਣਾਉਣੇ ਆ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਹੁਣ ਅਗਲੀ ਗੱਲ, ਕੁਝ ਕੁ ਵਰਬ ਦੀ ਜਿਹੜੇ ਫਾਰਮਸ ਹੁੰਦੀਆਂ ਨੇ, ਆਪਾਂ 4 ਨੰਬਰ ਜਿਹੜੀ ਯੂਨਿਟ ਕੀਤੀ ਆ ਉਸ ਦੇ ਵਿੱਚ ਵੀ ਤੁਹਾਡੇ ਨਾਲ ਮੈਂ ਗੱਲ ਕੀਤੀ ਸੀ। ਕੁਝ ਕੁ ਇਹੋ ਜਿਹੀਆਂ ਵਰਬ ਦੀ ਫਾਰਮਸ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਜਦੋਂ ਆਪਾਂ ਸੈਂਟੈਂਸ ਦੇ ਵਿੱਚ ਉਹ ਵਾਲੀਆਂ ਵਰਬਸ ਯੂਜ਼ ਕਰਦੇ ਆ ਤਾਂ ਉਦੋਂ ਆਪਾਂ ਕੰਟੀਨਿਊਸ ਜਿਹੜਾ ਆਪਾਂ ਸੈਂਟੈਂਸ ਹੈ ਉਹ ਆਪਾਂ ਨਹੀਂ ਬਣਾ ਸਕਦੇ। ਕੁਝ ਕੁ ਵਰਬ ਦੀ ਫਾਰਮਸ ਨੇ ਜਿਸ ਤਰ੍ਹਾਂ ਕਿ ਦੇਖੋ ਨੋ, ਨੀਡ, ਲਾਈਕ, ਵਾਂਟ, ਫਿਟ, ਸੀਮ, ਹੋਰ ਵੀ ਨੇ 4 ਨੰਬਰ ਯੂਨਿਟ ਦੇ ਵਿੱਚ ਕਰਵਾਈਆਂ ਸੀ, ਉੱਥੋਂ ਨੋਟ ਕਰ ਲਿਓ। ਇਹ ਜਦੋਂ ਵਰਬ ਦੀ ਫਾਰਮਸ ਯੂਜ਼ ਹੁੰਦੀਆਂ ਨੇ ਉਦੋਂ ਆਪਾਂ ਕੰਟੀਨਿਊਸ ਹੈ ਜਿਹੜਾ ਉਹ ਆਪਾਂ ਟੈਂਸ ਨਹੀਂ ਬਣਾਵਾਂਗੇ। ਬੇਸ਼ੱਕ ਆਪਣਾ ਕੋਈ ਜਿਹੜਾ ਕੁਐਸਚਨ ਹੈ ਇੰਟੈਰੋਗੇਟਿਵ ਕੋਈ ਸੈਂਟੈਂਸ ਹਾਊ ਲੌਂਗ ਤੋਂ ਸ਼ੁਰੂ ਹੁੰਦਾ ਹੈ, ਫਿਰ ਵੀ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ। ਫਿਰ ਆਪਾਂ ਕਿਹੜਾ ਬਣਾਵਾਂਗੇ, ਪ੍ਰੈਜ਼ੈਂਟ ਪਰਫੈਕਟ। ਇਸੇ ਤਰ੍ਹਾਂ ਜੇਕਰ ਆਪਾਂ ਕਿਸੇ ਦੇ ਸਵਾਲ ਦਾ ਜਵਾਬ ਦੇ ਰਹੇ ਹਾਂ, ਠੀਕ ਹੈ, ਔਰ ਇਹ ਵਾਲੀਆਂ ਜਿਹੜੀਆਂ ਵਰਬਸ ਨੇ ਇਹ ਯੂਜ਼ ਹੋ ਰਹੀਆਂ ਨੇ, ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ। ਆਪਾਂ ਕਿਹੜਾ ਟੈਂਸ ਬਣਾਵਾਂਗੇ, ਪ੍ਰੈਜ਼ੈਂਟ ਪਰਫੈਕਟ ਜਿਹੜਾ ਟੈਂਸ ਉਹ ਆਪਾਂ ਬਣਾਵਾਂਗੇ। ਇਹ ਆਪਾਂ ਪਿੱਛੇ ਵੀ ਦੇਖੋ ਕਰਕੇ ਆਏ ਆ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਵਰਬਸ ਦੇ ਬਾਰੇ ਤਾਂ ਪਤਾ ਹੈ ਵੀ ਇਹਨਾਂ ਦੇ ਨਾਲ ਆਪਾਂ ਨੋਇੰਗ, ਨੀਡਿੰਗ, ਲਾਈਕਿੰਗ, ਵਾਂਟਿੰਗ, ਫਿਟਿੰਗ, ਸੀਮਿੰਗ ਇਸ ਤਰ੍ਹਾਂ ਨਹੀਂ ਕਰ ਸਕਦੇ। ਆਪਾਂ ਇਸ ਤਰ੍ਹਾਂ ਨਹੀਂ ਕਹਾਂਗੇ ਆਈ ਹੈਵ ਬੀਨ ਨੋਇੰਗ, ਆਈ ਹੈਵ ਬੀਨ ਸੀਮਿੰਗ, ਆਈ ਹੈਵ ਬੀਨ ਨੀਡਿੰਗ, ਇਸ ਤਰ੍ਹਾਂ ਨਹੀਂ ਕਹਾਂਗੇ। ਆਪਾਂ ਪ੍ਰੈਜ਼ੈਂਟ ਪਰਫੈਕਟ ਬਣਾਵਾਂਗੇ। ਆਈ ਹੈਵ ਨਾਉਨ, ਆਈ ਹੈਵ ਨੀਡਡ, ਆਈ ਹੈਵ ਲਾਈਕਡ, ਠੀਕ ਹੈ, ਆਈ ਹੈਵ ਵਾਂਟਡ, ਆਪਾਂ ਇਸ ਤਰ੍ਹਾਂ ਬਣਾਵਾਂਗੇ। ਇਹ ਚੀਜ਼ ਤਾਂ ਸਿੰਪਲ ਹੈ, ਤੁਹਾਡੀ ਸਮਝ ਆ ਗਈ। ਓਕੇ, ਹੁਣ ਇੱਕ 2 ਵਰਬ ਦੀ ਫਾਰਮਸ ਹੋਰ ਨੇ, ਬੀ ਅਤੇ ਹੈਵ, ਯਾਦ ਰੱਖਣਾ ਹੈ। ਦੇਖੋ ਜਿਹੜੇ ਬੀ ਹੈ, ਬੀ ਦਾ ਮਤਲਬ ਹੁੰਦਾ ਹੋਣਾ। ਬੀ ਵੀ ਇੱਕ ਵਰਬ ਦੀ ਫਾਰਮ ਹੈ, ਬੀ ਦਾ ਮਤਲਬ ਹੁੰਦਾ ਹੈ ਹੋਣਾ। ਬੀ ਪਹਿਲੀ ਫਸਟ ਫਾਰਮ ਹੈ ਬੀ, ਸੈਕੰਡ ਫਾਰਮ ਹੈ ਵਾਜ਼ ਵਰ, ਕਿਉਂਕਿ ਸਬਜੈਕਟ ਦੇ ਅਕੋਰਡਿੰਗ ਵਾਜ਼ ਤੇ ਵਰ ਦੇ ਵਿੱਚੋਂ ਲੱਗਦਾ ਹੈ। ਫਸਟ ਬੀ, ਸੈਕੰਡ ਫਾਰਮ ਵਾਜ਼ ਵਰ, ਥਰਡ ਫਾਰਮ ਬੀਨ, ਔਰ ਬੀ ਦਾ ਮਤਲਬ ਹੁੰਦਾ ਹੋਣਾ। ਇਸ ਤੋਂ ਇਲਾਵਾ ਇੱਕ ਵਰਬ ਦੀ ਫਾਰਮ ਹੋਰ ਹੈ ਹੈਵ। ਦੇਖੋ ਇੱਕ ਤਾਂ ਹੈਵ ਹੈਲਪਿੰਗ ਵਰਬ ਹੁੰਦਾ ਹੈ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ, ਸਬਜੈਕਟ ਤੋਂ ਬਾਅਦ ਹੈਵ, ਫਿਰ ਵਰਬ ਦੀ ਥਰਡ ਫਾਰਮ, ਜਿਹੜਾ ਇੱਥੇ ਹੈਵ ਹੈ ਉਹ ਹੈਲਪਿੰਗ ਵਰਬ ਹੈ। ਔਰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ ਜਿਹੜਾ ਹੈਵ ਬੀਨ ਹੈ
ਉਹ ਵਰਬ ਦੀ ਆਪਣਾ ਹੈਲਪਿੰਗ ਵਰਬ ਹੈ, ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਨਾਲ ing ਹੁੰਦੇ ਹਨ। ਬਟ ਇੱਕ ਜਿਹੜਾ ਹੈਵ ਹੈ ਉਹ ਮੇਨ ਵਰਬ ਦੀ ਫਾਰਮ ਵੀ ਹੁੰਦਾ, ਉਹਦਾ ਮਤਲਬ ਹੁੰਦਾ ਕੋਲ ਹੋਣਾ। ਹੈਵ ਦਾ ਮਤਲਬ ਹੁੰਦਾ ਕੋਲ ਹੋਣਾ। ਇਸ ਤੋਂ ਇਲਾਵਾ ਹੈਵ ਨੂੰ ਖਾਣ ਪੀਣ ਦੇ ਲਈ ਵੀ ਯੂਜ਼ ਕੀਤਾ ਜਾਂਦਾ ਹੈ ਨਾ, ਆਪਾਂ ਕਿਸੇ ਨੂੰ ਕਹਿੰਦੇ ਹੁੰਦੇ ਨਾ ਕੋਈ ਚੀਜ਼ ਜਦੋਂ ਆਫਰ ਕਰਦੇ ਆ ਹੈਵ ਇਟ, ਵੀ ਲੈ ਲਓ ਜਾਂ ਖਾ ਲਓ। ਹੈਵ ਦਾ ਮਤਲਬ ਕੋਲ ਹੋਣਾ ਵੀ ਹੁੰਦਾ, ਉਹ ਵਰਬ ਦੀ ਫਾਰਮ ਹੁੰਦੀ ਹੈ, ਔਰ ਵਰਬ ਦੀ ਫਾਰਮ ਹੁੰਦੀ ਹੈ ਹੈਵ, ਹੈਡ, ਹੈਡ। ਤਾਂ ਹੁਣ ਅਗਲੀ ਗੱਲ ਇਹ ਹੈ, ਜਦੋਂ ਆਪਾਂ ਕਿਸੇ ਸੈਂਟੈਂਸ ਦੇ ਵਿੱਚ ਬੀ ਜਾਂ ਫਿਰ ਹੈਵ ਵਰਬ ਦੀ ਫਾਰਮ ਯੂਜ਼ ਕਰਾਂਗੇ ਤਾਂ ਉਦੋਂ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ, ਉਦੋਂ ਆਪਾਂ ਪ੍ਰੈਜ਼ੈਂਟ ਪਰਫੈਕਟ ਬਣਾਵਾਂਗੇ। ਬੇਸ਼ੱਕ ਆਪਣਾ ਜਿਹੜਾ ਕੁਐਸਚਨ ਹੈ ਉਹ ਹਾਊ ਲੌਂਗ ਤੋਂ ਸ਼ੁਰੂ ਹੁੰਦਾ ਹੋਵੇ, ਫਿਰ ਵੀ ਆਪਾਂ ਪ੍ਰੈਜ਼ੈਂਟ ਪਰਫੈਕਟ ਬਣਾਵਾਂਗੇ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ। ਜਿਸ ਤਰ੍ਹਾਂ ਦੇਖੋ ਐਗਜ਼ਾਮਪਲ ਦੇਖੋ, ਸਭ ਤੋਂ ਪਹਿਲਾਂ ਬੀ ਦੀ ਗੱਲ ਕਰਦਾ, ਬੀ ਦਾ ਮਤਲਬ ਹੁੰਦਾ ਹੋਣਾ। ਹੁਣ ਆਪਾਂ ਕਿਸੇ ਤੋਂ ਕੋਈ ਕੁਐਸਚਨਿੰਗ ਕਰ ਰਹੇ ਹਾਂ, ਕੀ ਕੁਐਸਚਨ ਕਰ ਰਹੇ ਹਾਂ? ਹਾਊ ਲੌਂਗ, ਦੇਖੋ ਹਾਊ ਲੌਂਗ ਤੋਂ ਸਟਾਰਟ ਹੋ ਰਿਹਾ, ਹਾਊ ਲੌਂਗ ਹੈਵ ਯੂ ਬੀਨ ਮੈਰਿਡ। ਇਹਦਾ ਮਤਲਬ ਤੁਸੀਂ ਕਿੰਨੇ ਸਮੇਂ ਤੋਂ ਵਿਆਹੇ ਹੋਏ ਹੋ, ਵੀ ਤੁਹਾਨੂੰ ਵਿਆਹੇ ਹੋਇਆਂ ਨੂੰ ਕਿੰਨਾ ਸਮਾਂ ਹੋ ਗਿਆ। ਹੁਣ ਇੱਥੇ ਇੱਕ ਚੀਜ਼ ਧਿਆਨ ਦੇਣਾ ਹੈ, ਹਾਊ ਲੌਂਗ ਆ ਗਿਆ ਕਿਉਂਕਿ ਇੰਟੈਰੋਗੇਟਿਵ ਹੈ, ਸਬਜੈਕਟ ਆ ਗਿਆ, ਸਬਜੈਕਟ ਤੋਂ ਪਹਿਲਾਂ ਹੈਵ ਹੈਲਪਿੰਗ ਵਰਬ ਆ ਗਿਆ, ਉਸ ਤੋਂ ਬਾਅਦ ਜਿਹੜਾ ਬੀਨ ਹੈ ਇਹ ਵਰਬ ਦੀ ਥਰਡ ਫਾਰਮ ਹੈ ਬੀ ਦੀ, ਬੀ ਵਾਜ਼ ਬੀਨ। ਬੀ ਦਾ ਮਤਲਬ ਹੁੰਦਾ ਹੋਣਾ, ਤਾਂ ਇਹ ਕਹਿ ਰਿਹਾ ਵੀ ਕਿੰਨੇ ਸਮੇਂ ਤੋਂ ਤੁਸੀਂ ਵਿਆਹੇ ਹੋਏ ਹੋ, ਬੀ ਦਾ ਮਤਲਬ ਹੋਣਾ, ਠੀਕ ਹੈ। ਤਾਂ ਪ੍ਰੈਜ਼ੈਂਟ ਪਰਫੈਕਟ ਬਣਾਇਆ ਦੇਖੋ ਆਪਾਂ ਨੇ। ਹੁਣ ਇੱਥੇ ਅਗਲੀ ਚੀਜ਼ ਹੋਰ, ਜਿਹੜਾ ਇਹ ਮੈਰਿਡ ਹੈ ਨਾ, ਮੈਰਿਡ, ਇਹਨੂੰ ਕਿਸੇ ਨੇ ਵਰਬ ਦੀ ਫਾਰਮ ਨਹੀਂ ਸਮਝਣਾ। ਹਾਲਾਂਕਿ ਮੈਰੀ ਵਰਬ ਦੀ ਫਾਰਮ ਹੁੰਦੀ ਹੈ, ਹਾਲਾਂਕਿ ਵਰਬ ਦੀ ਫਾਰਮ ਵੀ ਹੁੰਦੀ ਹੈ ਮੈਰੀ, ਸੈਕਿੰਡ ਫਾਰਮ ਹੁੰਦੀ ਹੈ ਇਹ ਵਾਲੀ ਉਹ ਮੈਰਿਡ, ਥਰਡ ਵੀ ਇਹ ਵਾਲੀ ਹੁੰਦੀ ਹੈ ਮੈਰਿਡ। ਉਹਦਾ ਮਤਲਬ ਹੁੰਦਾ ਹੈ ਵਿਆਹੇ ਜਾਣਾ, ਹੈ ਨਾ। ਬਟ ਇੱਥੇ ਜਿਹੜਾ ਇਹ ਮੈਰਿਡ ਹੈ ਇਹ ਐਜ਼ ਅ ਵਰਬ ਨਹੀਂ ਹੈਗਾ, ਇਹ ਐਜ਼ ਅ ਨਾਉਨ ਹੈ। ਕੀ ਹੈ? ਐਜ਼ ਅ ਨਾਉਨ। ਔਰ ਇਸ ਦਾ ਮਤਲਬ ਐਜ਼ ਅ ਨਾਉਨ ਮੈਰਿਡ ਦਾ ਮਤਲਬ ਕੀ ਹੁੰਦਾ ਹੈ? ਵਿਆਹਿਆ ਹੋਇਆ। ਤਾਂ ਇੱਥੇ ਆਪਾਂ ਪੁੱਛ ਰਹੇ ਹਾਂ ਹਾਊ ਲੌਂਗ ਹੈਵ ਯੂ ਬੀਨ ਮੈਰਿਡ, ਤੁਸੀਂ ਕਿੰਨੇ ਸਮੇਂ ਤੋਂ ਵਿਆਹੇ ਹੋਏ ਹੋ। ਗੱਲ ਸਮਝ ਆ ਗਈ ਨਾ, ਠੀਕ ਹੈ। ਹੈਵ ਵਰਬ ਦੀ ਆਪਾਂ ਬੀ ਵਰਬ ਦੀ ਫਾਰਮ ਯੂਜ਼ ਹੋ ਰਹੀ ਹੈ ਤਾਂ ਆਪਾਂ ਪ੍ਰੈਜ਼ੈਂਟ ਪਰਫੈਕਟ ਬਣਾਇਆ, ਹਾਲਾਂਕਿ ਹਾਊ ਲੌਂਗ ਤੋਂ ਸਟਾਰਟ ਹੋ ਰਿਹਾ ਹੈ, ਇਸ ਲਈ ਆਪਾਂ ਨੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਇਆ। ਹੁਣ ਆਪਾਂ ਇਸ ਦਾ ਜਵਾਬ ਵੀ ਜਦੋਂ ਦੇਵਾਂਗੇ ਬੀ ਦੇ ਨਾਲ, ਬੀ ਵਰਬ ਦੀ ਫਾਰਮ ਲੱਗੇਗੀ ਤਾਂ ਪ੍ਰੈਜ਼ੈਂਟ ਪਰਫੈਕਟ ਹੀ ਬਣੂ। ਦੇਖੋ I have been married for 10 years, ਮੈਂ 10 ਸਾਲਾਂ ਤੋਂ ਵਿਆਹਿਆ ਹੋਇਆ। ਤਾਂ ਇੱਥੇ ਇਹ ਵਰਬ ਦੀ ਥਰਡ ਫਾਰਮ ਆ ਗਈ, ਇਹ ਹੈਲਪਿੰਗ ਵਰਬ ਆ ਗਈ, ਇਹ ਨਾਉਨ ਹੈ ਮੈਰਿਡ, ਵਿਆਹਿਆ ਹੋਇਆ। ਓਕੇ, ਤਾਂ ਇਹ ਇੱਕ ਚੀਜ਼ ਤਾਂ ਇਹ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ, ਬੀ ਵਰਬ ਦੀ ਫਾਰਮ ਜਦੋਂ ਯੂਜ਼ ਕਰਦੇ ਆ, ਬੇਸ਼ੱਕ ਹਾਊ ਲੌਂਗ ਹੋਵੇ, ਪ੍ਰੈਜ਼ੈਂਟ ਪਰਫੈਕਟ ਬਣਾਉਣਾ ਤੁਸੀਂ ਨੇ। ਅਗਲਾ ਜੋ ਹੈਵ, ਹੈਵ ਦਾ ਮਤਲਬ ਹੁੰਦਾ ਕੋਲ ਹੋਣਾ, ਠੀਕ ਹੈ। ਹੁਣ ਦੇਖੋ ਆਪਣੇ ਤੋਂ ਕੋਈ ਪ੍ਰਸ਼ਨ ਪੁੱਛ ਰਿਹਾ ਹੈ, ਹਾਊ ਲੌਂਗ ਹੈਵ ਯੂ ਹੈਡ ਅ ਕਾਰ। ਆ ਤਾਂ ਜਿਹੜਾ ਹੈਵ ਹੈ ਇਹ ਤਾਂ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਹੈਜ਼ ਹੈਵ ਇੰਟੈਰੋਗੇਟਿਵ ਦੇ ਵਿੱਚ ਅੱਗੇ ਯੂਜ਼ ਹੁੰਦਾ ਹੈ ਸਬਜੈਕਟ ਤੋਂ, ਇਹ ਤਾਂ ਹੈਲਪਿੰਗ ਵਰਬ ਹੈ। ਹਾਊ ਲੌਂਗ ਹੈਵ ਯੂ ਹੈਡ, ਇਹਦਾ ਮਤਲਬ ਕੋਲ ਹੋਣਾ। ਅ ਕਾਰ, ਤੁਹਾਡੇ ਕੋਲ, ਹਾਊ ਲੌਂਗ ਹੈਵ ਯੂ ਹੈਡ ਅ ਕਾਰ, ਤੁਹਾਡੇ ਕੋਲ ਕਿੰਨੇ ਸਮੇਂ ਤੋਂ ਕਾਰ ਹੈਗੀ ਹੈ, ਤੁਹਾਡੇ ਕੋਲ ਜਿਹੜੀ ਕਾਰ ਹੈ ਕਿੰਨੇ ਸਮੇਂ ਤੋਂ ਹੈ। ਤਾਂ ਅੱਗੇ ਆਪਾਂ ਸਵਾਲ ਦਾ ਜਵਾਬ ਦੇ ਰਹੇ ਹਾਂ, ਆਈ ਹੈਵ ਹੈਡ, ਇਹ ਹੈਡ ਵਰਬ ਦੀ ਥਰਡ ਫਾਰਮ ਹੈ ਹੈਵ ਦੀ। ਆਈ ਹੈਵ ਹੈਡ ਅ ਕਾਰ ਫॉर 2 years, ਮੇਰੇ ਕੋਲ 2 ਸਾਲਾਂ ਤੋਂ ਕਾਰ ਹੈ। ਹੁਣ ਇਸ ਨੂੰ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾ ਸਕਦੇ, ਇਸ ਨੂੰ ਵੀ, ਇਸ ਨੂੰ ਵੀ। ਹੁਣ ਜੇ ਮੰਨ ਲਓ ਇਸ ਨੂੰ ਆਪਾਂ ਕਹੀਏ ਵੀ ਆਹ ਸੈਂਟੈਂਸ ਨੂੰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਬਣਾ ਦਿੰਦੇ ਤਾਂ ਇਹਦਾ ਮਤਲਬ ਕੀ ਹੁੰਦਾ? ਦੇਖੋ ਆਪਾਂ ਨੇ ਮੀਨਿੰਗ ਵੀ ਸਮਝਣਾ ਹੈ, ਜ਼ਰੂਰੀ ਨਹੀਂ ਕਿ 100% ਆਪਣੇ ਰੂਲਸ ਤੇ ਹੀ ਚੱਲਣਾ ਹੈ। ਜੇਕਰ ਆਪਾਂ ਇਸ ਨੂੰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਬਣਾ ਦਈਏ, ਆਪਾਂ ਇਸ ਨੂੰ ਮੈਰਿਡ ਨੂੰ ਆਪਾਂ ਵਰਬ ਦੀ ਫਾਰਮ ਮੰਨ ਲਈਏ ਤਾਂ ਇਹ ਬਣ ਜਾਊਗਾ I have been marrying for 10 years, ਮੈਂ 10 ਸਾਲਾਂ ਤੋਂ ਵਿਆਹ ਕਰਵਾਉਂਦਾ ਆ ਰਿਹਾ ਹਾਂ। ਦੇਖੋ ਕੋਈ ਸੈਂਸ ਬਣੀ, 10 ਸਾਲਾਂ ਤੋਂ ਵਿਆਹ ਕਰਵਾਉਂਦਾ ਆ ਰਿਹਾ ਹਾਂ, ਮੈਂ 10 ਸਾਲਾਂ ਤੋਂ ਵਿਆਹਿਆ ਹੋਇਆ ਹਾਂ, ਇਸ ਤਰ੍ਹਾਂ ਬਣੂਗਾ। ਹੁਣ ਇਸੇ ਤਰ੍ਹਾਂ ਇਹ ਹੈ, I have had a car for 2 years, ਮੇਰੇ ਕੋਲ 2 ਸਾਲਾਂ ਤੋਂ ਕਾਰ ਹੈ। ਹੁਣ ਆਪਾਂ ਇਹ ਤਾਂ ਨਹੀਂ ਕਹਾਂਗੇ ਮੇਰੇ ਕੋਲ 2 ਸਾਲਾਂ ਤੋਂ ਕਾਰ ਹੋ ਰਹੀ ਹੈ, ਉਹ ਤਾਂ ਗਲਤ ਹੋਊ ਨਾ। ਤਾਂ ਇਸ ਤਰ੍ਹਾਂ ਥੋੜੀ ਜਿਹੀ ਸੈਂਸ ਹੈ ਜਿਹੜੀ ਉਹ ਵੀ ਤੁਸੀਂ ਨੇ ਸਮਝਣੀ ਹੈ। ਆਈ ਹੋਪ ਕਿ ਤੁਹਾਡੇ ਇਹ ਚੀਜ਼ ਸਮਝ ਆ ਜਿਹੜੀ ਉਹ ਆ ਗਈ ਹੋਵੇਗੀ। ਓਕੇ, ਕਲੀਅਰ ਹੈ। ਹੁਣ ਅਗਲਾ ਪੁਆਇੰਟ ਆ ਜਾਓ। ਹੁਣ ਇੱਥੇ ਅਗਲੇ ਪੁਆਇੰਟ ਦੇ ਵਿੱਚ ਦੇਖੋ 2 ਵਰਬ ਦੀ ਫਾਰਮਸ ਨੇ, ਯਾਦ ਰੱਖਣਾ ਹੈ, ਇੱਕ ਤਾਂ ਲਿਵ, ਲਿਵ ਹੁੰਦਾ ਰਹਿਣਾ, ਇੱਕ ਵਰਕ। ਜਿਹੜੀਆਂ ਇਹ ਦੋਨੋਂ ਵਰਬ ਦੀ ਫਾਰਮਸ ਨੇ, ਜੇਕਰ ਆਪਾਂ ਕਿਸੇ ਨੂੰ ਇਹ ਕਹਿਣਾ ਹੋਵੇ ਵੀ ਮੈਂ ਕਿਸੇ ਜਗ੍ਹਾ ਤੇ ਮੈਂ 2 ਸਾਲਾਂ ਤੋਂ ਰਹਿ ਰਿਹਾ ਹਾਂ, ਮੈਂ 4 ਸਾਲਾਂ ਤੋਂ ਰਹਿ ਰਿਹਾ ਹਾਂ, ਮਤਲਬ ਲਿਵ ਰਹਿਣ ਦੀ ਗੱਲ ਹੋਵੇ ਤਾਂ ਓਬਵੀਅਸ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਆਪਾਂ ਜਿਹੜਾ ਟੈਂਸ ਹੈ ਉਹ ਬਣਾ ਸਕਦੇ ਹਾਂ, ਠੀਕ ਹੈ। ਇਸੇ ਤਰ੍ਹਾਂ ਵਰਕ ਹੁੰਦਾ ਕੰਮ ਕਰਨਾ। ਜੇ ਆਪਾਂ ਕਹਿਣਾ ਹੋਵੇ ਮੈਂ ਕਿਸੇ ਜਗ੍ਹਾ ਤੇ ਮਤਲਬ ਇੱਥੇ ਮੈਂ 4 ਸਾਲਾਂ ਤੋਂ ਕੰਮ ਕਰ ਰਿਹਾ ਹਾਂ, ਮਤਲਬ ਹਾਊ ਲੌਂਗ ਦਾ ਜਵਾਬ ਦੇਣਾ ਹੋਵੇ
ਤਾਂ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਬਣਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਬਟ ਇਹ ਜਿਹੜੀਆਂ ਦੋ ਵਰਬ ਦੀ ਫਾਰਮਸ ਨੇ ਇਹ ਇਹੋ ਜਿਹੀਆਂ ਨੇ, ਜੇਕਰ ਆਪਾਂ ਹਾਊ ਲੌਂਗ ਲਗਾ ਕੇ ਕਿਸੇ ਤੋਂ ਕੁਐਸਚਨ ਪੁੱਛਣਾ ਹੋਵੇ ਤਾਂ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਵੀ ਬਣਾ ਸਕਦੇ ਹਾਂ, ਇਹਨਾਂ ਦੇ ਨਾਲ ਪ੍ਰੈਜ਼ੈਂਟ ਪਰਫੈਕਟ ਵੀ ਬਣਾ ਸਕਦੇ ਹਾਂ। ਇਸੇ ਤਰ੍ਹਾਂ ਜਦੋਂ ਜਵਾਬ ਦੇਵਾਂਗੇ, ਪਿੱਛੇ ਟਾਈਮ ਵੀ ਦੱਸਾਂਗੇ 2 ਸਾਲਾਂ ਤੋਂ 3 ਸਾਲਾਂ ਤੋਂ, ਤਾਂ ਉਦੋਂ ਵੀ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਵੀ ਬਣਾ ਸਕਦੇ ਹਾਂ, ਪ੍ਰੈਜ਼ੈਂਟ ਪਰਫੈਕਟ ਵੀ ਬਣਾ ਸਕਦੇ ਹਾਂ ਇਕੱਲਾ। ਦੇਖੋ ਕਿਸ ਤਰ੍ਹਾਂ, ਜਿਵੇਂ ਫਸਟ ਹੈ, ਦੇਖੋ ਫਸਟ ਆਪਣੀ ਐਗਜ਼ਾਮਪਲ ਦੇਖੋ, she has been living in this house for a long time। ਇਹਦਾ ਮਤਲਬ ਕੀ ਹੈ ਵੀ ਇਸ ਘਰ ਦੇ ਵਿੱਚ ਉਹ ਲੰਬੇ ਸਮੇਂ ਤੋਂ ਰਹਿ ਰਹੀ ਹੈ। ਕੁੱਲ ਮਿਲਾ ਕੇ ਪੰਜਾਬੀ ਸਮਝੋ, ਇਸ ਘਰ ਦੇ ਵਿੱਚ ਉਹ ਲੰਬੇ ਸਮੇਂ ਤੋਂ ਰਹਿ ਰਹੀ ਹੈ, ਆਪਾਂ ਨੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਬਣਾਤਾ। ਜੇਕਰ ਇਹੀ ਮੀਨਿੰਗ ਪੰਜਾਬੀ ਦੇ ਵਿੱਚ ਸੇਮ ਮੀਨਿੰਗ ਉਹ ਇਸ ਘਰ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੀ ਹੈ, ਆਪਾਂ ਪ੍ਰੈਜ਼ੈਂਟ ਪਰਫੈਕਟ ਵੀ ਬਣਾ ਸਕਦੇ ਹਾਂ। ਆਪਾਂ she has lived ਵੀ ਕਰ ਸਕਦੇ ਹਾਂ। ਇੱਥੇ she has been living ਦੀ ਜਗ੍ਹਾ ਤੇ she has lived, ਇੱਥੇ ਥਰਡ ਫਾਰਮ ਇੱਥੇ lived ਵੀ ਕਰ ਸਕਦੇ ਹਾਂ। she has lived in this house for a long time, ਉਹ ਇਸ ਘਰ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੀ ਹੈ, ਮਤਲਬ ਕਿ ਪ੍ਰੈਜ਼ੈਂਟ ਪਰਫੈਕਟ ਵੀ ਬਣਾ ਸਕਦੇ ਹਾਂ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਵੀ ਬਣਾ ਸਕਦੇ ਹਾਂ ਲਿਵ ਦੇ ਨਾਲ। ਇਸੇ ਤਰ੍ਹਾਂ ਵਰਕ ਹੈ, ਜਿਵੇਂ ਦੇਖ ਵਰਕ ਹੈ, ਆਪਾਂ ਕਿਸ ਤੋਂ ਮੰਨ ਲਓ ਕੁਐਸਚਨ ਪੁੱਛ ਰਹੇ ਹਾਂ, ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਹਾਊ ਲੌਂਗ ਹੈਵ ਯੂ ਬੀਨ ਵਰਕਿੰਗ ਹੇਅਰ, ਤੁਸੀਂ ਇੱਥੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ, ਇਹ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੋ ਗਿਆ। ਆਪਾਂ ਇਹ ਵੀ ਕਹਿ ਸਕਦੇ ਹਾਂ ਸੇਮ ਇਹੀ ਕੁਐਸਚਨ ਹਾਊ ਲੌਂਗ ਹੈਵ ਯੂ ਵਰਕਡ ਹੇਅਰ, ਤੁਸੀਂ ਇੱਥੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ, ਸੇਮ ਹੈ। ਇਹ ਦੋ ਵਰਬ ਦੀ ਫਾਰਮਸ ਨੇ, ਸਮਝ ਆ ਗਈ ਨਾ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ ਵੀ ਯੂਜ਼ ਹੋ ਸਕਦੀਆਂ ਨੇ, ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਵੀ। ਅਗਲਾ ਜੋ ਅਗਲਾ ਪੁਆਇੰਟ, ਬਟ ਦੇਖੋ ਬਟ ਲਿਖਿਆ, ਬਟ ਵੀ ਯੂਜ਼ ਦ ਪ੍ਰੈਜ਼ੈਂਟ ਪਰਫੈਕਟ ਵਿਦ ਆਲਵੇਜ਼। ਹਾਂ ਇੱਕ ਚੀਜ਼ ਯਾਦ ਰੱਖਿਓ, ਜਦੋਂ ਆਪਣਾ ਸੈਂਟੈਂਸ ਹੈ ਕੋਈ, ਜਦੋਂ ਆਪਾਂ ਕੋਈ ਕਿਸੇ ਗੱਲ ਦਾ ਆਪਾਂ ਜਵਾਬ ਦੇ ਰਹੇ ਹਾਂ, ਠੀਕ ਹੈ, ਉਸ ਦੇ ਵਿੱਚ ਆਲਵੇਜ਼ ਆ ਗਿਆ ਆਲਵੇਜ਼, ਤਾਂ ਤੁਸੀਂ ਨੇ ਪ੍ਰੈਜ਼ੈਂਟ ਪਰਫੈਕਟ ਹੀ ਬਣਾਉਣਾ ਹੈ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਉਣਾ। ਬਸ ਲਿਖ ਲਓ, ਦੇਖੋ ਜਿਸ ਤਰ੍ਹਾਂ ਆਈ ਹੈਵ ਆਲਵੇਜ਼, ਦੇਖੋ ਹੈਵ ਤੋਂ ਬਾਅਦ ਆਲਵੇਜ਼ ਆ ਗਿਆ ਤਾਂ ਉਸ ਤੋਂ ਬਾਅਦ ਆਪਾਂ ਲਿਵਡ, ਮਤਲਬ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਬਣ ਗਿਆ। ਆਈ ਹੈਵ ਆਲਵੇਜ਼ ਲਿਵਡ ਇਨ ਦ ਕੰਟਰੀ, ਠੀਕ ਹੈ, ਮੈਂ ਹਮੇਸ਼ਾ ਕੰਟਰੀ ਦੇ ਵਿੱਚ ਹੀ ਰਹਿਣਾ। ਤਾਂ ਇੱਥੇ ਆਪਾਂ ਇਸ ਤਰ੍ਹਾਂ ਨਹੀਂ ਕਹਾਂਗੇ ਆਲਵੇਜ਼ ਬੀਨ ਲਿਵਿੰਗ, ਆਪਾਂ ਇਸ ਤਰ੍ਹਾਂ ਨਹੀਂ ਕਹਾਂਗੇ ਆਈ ਹੈਵ ਆਲਵੇਜ਼ ਬੀਨ ਲਿਵਿੰਗ। ਜਦੋਂ ਆਲਵੇਜ਼ ਆ ਗਿਆ ਤਾਂ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ, ਆਪਾਂ ਪ੍ਰੈਜ਼ੈਂਟ ਪਰਫੈਕਟ ਬਣਾਵਾਂਗੇ। ਚੀਜ਼ ਕਲੀਅਰ ਹੈ, ਪੁਆਇੰਟ ਬਿਲਕੁਲ ਈਜ਼ੀ ਹੈ ਨਾ। ਨੀਚੇ ਆ ਜਾਓ ਅਗਲੇ ਤੇ, we say I have not, I haven't, मतलब I have not done something since for present perfect simple। ਗੱਲ ਸਮਝ ਆ ਗਈ ਆਈ ਹੋਪ ਕਿ ਮੇਰੇ ਪੜਨ ਤੋਂ ਹੀ। ਜਦੋਂ ਆਪਾਂ ਇਹ ਗੱਲ ਕਹਿਣੀ ਹੋਵੇ, ਮਤਲਬ ਸਿੰਸ ਫॉर ਵੀ ਪਿੱਛੇ ਆਉਂਦਾ ਹੋਵੇ ਕੋਈ ਚੱਕਰ ਨਹੀਂ, ਵੈਸੇ ਤਾਂ ਜਦੋਂ ਪਿੱਛੇ ਸਿੰਸ ਫॉर ਆਉਂਦਾ ਹੈ, ਸਿੰਸ ਫॉर ਤੋਂ ਬਾਅਦ ਕੋਈ ਟਾਈਮ ਆਉਂਦਾ ਹੈ, ਆਪਾਂ ਕਹਿੰਦੇ ਹਾਂ ਕਿ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਆਪਾਂ ਬਣਾਉਂਦੇ ਹਾਂ। ਬਟ ਜੇਕਰ ਆਪਾਂ ਇਹ ਗੱਲ ਦੱਸ ਰਹੇ ਹਾਂ ਕਿਸੇ ਨੂੰ ਆਈ ਹੈਵਨਟ ਡਨ ਸਮਥਿੰਗ, ਵੀ ਮੈਂ ਕੋਈ ਕੰਮ ਨਹੀਂ, ਇੱਥੇ ਡਨ ਸਮਥਿੰਗ ਕੋਈ ਚੀਜ਼ ਵੀ ਆ ਸਕਦੀ ਹੈ। ਆਈ ਹੈਵਨਟ ਡਨ ਸਮਥਿੰਗ ਵੀ ਕੋਈ ਵੀ ਕੰਮ ਮੈਂ ਨਹੀਂ ਕੀਤਾ, ਸਿੰਸ ਜਾਂ ਫॉर ਅੱਗੇ ਟਾਈਮ, ਵੀ ਇੰਨੇ ਸਮੇਂ ਤੋਂ ਮੈਂ ਕੋਈ ਕੰਮ ਨਹੀਂ ਕੀਤਾ, ਇੰਨੇ ਸਮੇਂ ਤੋਂ ਮੈਂ ਆਹ ਕੰਮ ਨਹੀਂ ਕੀਤਾ, ਇੰਨੇ ਸਮੇਂ ਤੋਂ ਮੈਂ ਕੋਈ ਵੀ ਆ ਜਾਏ, ਮਤਲਬ ਕਿ ਇੱਥੇ ਹੈਵਨਟ ਆ ਜਾਏ ਨੈਗੇਟਿਵ, ਫਿਰ ਡਨ ਸਮਥਿੰਗ ਸਿੰਸ ਫॉर ਆ ਜਾਏ, ਆਪਾਂ ਪ੍ਰੈਜ਼ੈਂਟ ਪਰਫੈਕਟ ਹੀ ਬਣਾਉਣਾ ਹੈ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਉਣਾ। ਜਿਸ ਤਰ੍ਹਾਂ ਦੇਖੋ I haven't seen Tom since Monday, ਮੈਂ ਟੌਮ ਨੂੰ ਸੋਮਵਾਰ ਤੋਂ ਨਹੀਂ ਦੇਖਿਆ। ਦੇਖੋ I haven't seen Tom, ਮਤਲਬ ਕਿ I haven't done something ਕੀ ਚੀਜ਼, ਮਤਲਬ ਕਿ seen ਮੈਂ ਦੇਖਿਆ ਨਹੀਂ, I haven't seen Tom ਵੀ ਆਹ ਕੰਮ ਮੈਂ ਨਹੀਂ ਕੀਤਾ। I haven't seen Tom, ਮੈਂ ਟੌਮ ਨੂੰ ਨਹੀਂ ਦੇਖਿਆ since Monday, ਇੱਥੇ haven't seen ਹੀ ਆਊਗਾ, ਇੱਥੇ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ। ਇਹਦੇ ਕਹਿਣ ਦਾ ਮਤਲਬ ਇਹ ਹੈ ਕਿ ਮੰਡੇ ਵਾਸ ਦਾ ਲਾਸਟ ਟਾਈਮ ਆਈ ਸੌ ਹਿਮ, ਵੀ ਮੰਡੇ ਮੈਂ ਉਸ ਨੂੰ ਲਾਸਟ ਵਾਰ ਦੇਖਿਆ ਸੀ। ਇਸੇ ਤਰ੍ਹਾਂ ਦੇਖੋ ਸਾਰਾ ਹੈਜ਼ ਨਾਟ ਫੋਨਡ ਫॉर ਏਜਸ, ਸਾਰਾ ਨੇ ਕਈ ਸਾਲਾਂ ਤੋਂ, ਏਜਸ ਦਾ ਮਤਲਬ ਹੁੰਦਾ ਕਾਫੀ ਲੰਬਾ ਸਮਾਂ, ਵੀ ਸਾਰਾ ਨੇ ਕਈ ਸਾਲਾਂ ਤੋਂ ਜਾਂ ਕਾਫੀ ਲੰਬੇ ਸਮੇਂ ਤੋਂ ਫੋਨ ਨਹੀਂ ਕੀਤਾ, ਮਤਲਬ ਕਿ ਆ ਦੇਖੋ ਸਾਰਾ ਹੈਜ਼ ਨਾਟ ਫੋਨਡ, ਮਤਲਬ ਕਿ ਸਾਰਾ ਹੈਵਨਟ ਡਨ ਸਮਥਿੰਗ, ਵੀ ਸਾਰਾ ਨੇ ਆਹ ਕੰਮ ਨਹੀਂ ਕੀਤਾ ਲੰਬੇ ਸਮੇਂ ਤੋਂ, ਫॉर एजेस, ਤਾਂ ਆਪਾਂ ਇੱਥੇ ਪ੍ਰੈਜ਼ੈਂਟ ਪਰਫੈਕਟ ਹੀ ਬਣਾਵਾਂਗੇ, ਆਪਾਂ ਇੱਥੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ। ਬਸ ਇਹ ਚੀਜ਼ ਸਮਝ ਲਓ ਤੁਸੀਂ, ਠੀਕ ਹੈ, ਓਕੇ। ਹੁਣ ਲਾਸਟ ਤੇ ਕੀ ਲਿਖਿਆ ਹੈ, ਬਟ ਇਫ ਵੀ ਟਾਕ ਅਬਾਊਟ ਨਾਓ, ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ, ਜੇਕਰ ਆਪਾਂ ਕਿਸੇ ਵੀ ਸੈਂਟੈਂਸ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਨਾਓ, ਹੁਣ ਦੀ,
ਬਿਲਕੁਲ ਪ੍ਰੈਜੈਂਟ ਦੀ ਨਾਓ ਸ਼ਬਦ ਆਉਂਦਾ ਨਾਓ ਹੁਣ ਦੀ, ਤਾਂ ਆਪਾਂ ਕੀ ਕਰਨਾ ਹੈ, ਦੈਨ ਵੀ ਯੂਜ਼ ਪ੍ਰੈਜੈਂਟ, ਉਦੋਂ ਅਸੀਂ ਪ੍ਰੈਜੈਂਟ ਦਾ ਯੂਜ਼ ਕਰਾਂਗੇ। ਕਿਹੜਾ ਪ੍ਰੈਜੈਂਟ ਇੰਡੈਫੀਨੇਟ ਜਾਂ ਫਿਰ ਪ੍ਰੈਜੈਂਟ ਕੰਟੀਨਿਊਸ, ਮਤਲਬ ਕਿ ਪਰਫੈਕਟ ਨਹੀਂ ਆਊਗਾ, ਪ੍ਰੈਜੈਂਟ ਪਰਫੈਕਟ ਜਾਂ ਫਿਰ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਦੀ ਗੱਲ ਨਹੀਂ ਹੋਊਗੀ। ਪ੍ਰੈਜੈਂਟ ਪਰਫੈਕਟ ਜਾਂ ਫਿਰ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਦੀ ਆਪਾਂ ਗੱਲ ਕਰਦੇ ਹਾਂ ਜਦੋਂ ਕੋਈ ਆਪਾਂ ਗੱਲ ਪਾਸਟ ਦੇ ਵਿੱਚ ਸ਼ੁਰੂ ਹੋਈ ਕੋਈ ਐਕਸ਼ਨ ਉਦੋਂ ਤੋਂ ਹੁੰਦੀ ਆ ਰਹੀ ਹੈ ਹੁਣ ਤੱਕ। ਜੇਕਰ ਸਿਰਫ ਆਪਾਂ ਹੁਣ ਦੀ ਗੱਲ ਕਰ ਰਹੇ ਹਾਂ, ਓਨਲੀ ਨਾਓ ਹੁਣ ਦੀ ਗੱਲ ਕਰ ਰਹੇ ਹਾਂ, ਫਿਰ ਆਪਾਂ ਉੱਥੇ ਸਿੰਪਲ ਪ੍ਰੈਜੈਂਟ ਕੰਟੀਨਿਊਸ ਆਏਗਾ ਜਾਂ ਫਿਰ ਪ੍ਰੈਜੈਂਟ ਸਿੰਪਲ ਆਏਗਾ। ਓਕੇ, ਇਹ ਸਾਰੇ ਰੂਲਸ ਸੀ, ਇਹ ਨੋਟਬੁੱਕ ਦੇ ਉੱਪਰ ਲਿਖ ਕੇ ਰੱਖਣੇ ਨੇ। ਇਸ ਤੋਂ ਬਾਅਦ ਜਦੋਂ ਆਪਾਂ ਇਸ ਯੂਨਿਟ ਦੀਆਂ ਐਕਸਰਸਾਈਜ਼ਸ ਕਰਾਂਗੇ ਬਿਲਕੁਲ ਈਜ਼ੀ ਨੇ, ਆਰਾਮ ਦੇ ਨਾਲ ਤੁਸੀਂ ਕਰ ਸਕੋਗੇ। ਐਂਡ ਹੁਣ ਅੱਗੇ ਦੇਖੋ ਆਪਣੀ ਇਸ ਯੂਨਿਟ ਦੀ ਫਸਟ ਜਿਹੜੀ ਆਪਣੀ ਐਕਸਰਸਾਈਜ਼ ਹੈ ਉਹ ਆਪਾਂ ਕਰਦੇ ਹਾਂ। ਬਿਲਕੁਲ ਹੀ ਸਿੰਪਲ, ਆਪਾਂ ਨੇ ਕਰਨਾ ਕੀ ਹੈ, ਵਿਚ ਇਜ਼ ਰਾਈਟ। ਵਿਚ ਇਜ਼ ਰਾਈਟ ਦਾ ਮਤਲਬ ਦੇਖੋ, ਆਪਾਂ ਨੂੰ ਜਿਸ ਤਰ੍ਹਾਂ ਇਹ ਸੈਂਟੈਂਸ ਦਿੱਤੇ ਗਏ ਨੇ, ਇਸ ਸੈਂਟੈਂਸ ਦੇ ਵਿੱਚ ਹਰ ਇੱਕ ਸੈਂਟੈਂਸ, ਜਿੰਨੇ ਵੀ ਸੈਂਟੈਂਸ ਨੇ ਹਰ ਇੱਕ ਸੈਂਟੈਂਸ ਦੇ ਵਿੱਚ ਆਪਾਂ ਨੂੰ ਦੇਖੋ ਅੰਡਰਲਾਈਨ ਕਰਕੇ ਆਪਾਂ ਨੂੰ ਦੋ ਆਪਸ਼ਨ ਦਿੱਤੇ ਗਏ ਨੇ। ਜਿਸ ਤਰ੍ਹਾਂ ਇਹਦੇ ਵਿੱਚ ਆਈ ਨੋ, ਆਈ ਹੈਵ ਨੋਨ, ਇਸ ਤਰ੍ਹਾਂ ਇਹਦੇ ਵਿੱਚ ਡੂ ਯੂ ਲਾਈਕ, ਹੈਵ ਯੂ ਲਾਈਕਡ, ਜਾਂ ਫਿਰ ਜਿਵੇਂ ਇਸ ਦੇ ਵਿੱਚ ਆ ਗਿਆ ਦੇਖੋ ਇਟ ਇਜ਼ ਰੇਨਿੰਗ, ਇਟ ਹੈਜ਼ ਬੀਨ ਰੇਨਿੰਗ। ਆਪਾਂ ਨੇ ਇਹ ਦੇਖਣਾ ਕਿ ਇਹਨਾਂ ਵਿੱਚੋਂ ਕਿਹੜਾ ਕਰੈਕਟ ਹੈ, ਉਹ ਆਪਾਂ ਨੂੰ ਪਤਾ ਹੈ। ਕਿਸ ਤਰ੍ਹਾਂ ਆਪਾਂ ਨੂੰ ਪਤਾ ਚੱਲੇਗਾ, ਕਿਉਂਕਿ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਤੇ ਪ੍ਰੈਜੈਂਟ ਪਰਫੈਕਟ ਆਪਾਂ ਕਦੋਂ ਯੂਜ਼ ਕਰਦੇ ਹਾਂ ਉਹ ਆਪਾਂ ਸਿੱਖ ਚੁੱਕੇ ਹਾਂ, ਬਾਰ-ਬਾਰ ਆਪਾਂ ਉਹਦੇ ਬਾਰੇ ਗੱਲ ਨਹੀਂ ਕਰਾਂਗੇ, ਹੈ ਨਾ। ਜਦੋਂ ਕੋਈ ਐਕਸ਼ਨ ਪਿਛਲੇ ਪਾਸਟ ਦੇ ਵਿੱਚ ਚੱਲਿਆ ਆ ਰਿਹਾ ਹੈ ਪਾਸਟ ਤੋਂ, ਉਦੋਂ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਜਾਂ ਫਿਰ ਪ੍ਰੈਜੈਂਟ ਪਰਫੈਕਟ ਦਾ ਯੂਜ਼ ਕਰਦੇ ਹਾਂ। ਦੇਖੋ ਫਸਟ ਦੇ ਵਿੱਚ ਦੇਖੋ, ਜਿਸ ਤਰ੍ਹਾਂ ਬੈਨ ਇਜ਼ ਅ ਫਰੈਂਡ ਆਫ ਮਾਈਂਡ, ਜਿਹੜਾ ਬੈਨ ਹੈ ਉਹ ਮੇਰਾ ਦੋਸਤ ਹੈ। ਕਲੀਅਰ ਹੈ ਗੱਲ। ਹੁਣ ਅੱਗੇ ਆਪਾਂ ਨੂੰ ਇਹਨਾਂ ਨੇ ਦੋ ਆਪਸ਼ਨ ਦਿੱਤੀਆਂ ਨੇ, ਆਈ ਨੋ ਹਿਮ ਵੈਰੀ ਵੈਲ ਜਾਂ ਫਿਰ ਆਈ ਹੈਵ ਨੋਨ ਹਿਮ ਵੈਰੀ ਵੈਲ। ਦੇਖੋ ਇੱਥੇ ਸਿਰਫ ਇੱਕ ਚੀਜ਼ ਕਹੀ ਗਈ ਹੈ ਕਿ ਬੈਨ ਮੇਰਾ ਦੋਸਤ ਹੈ, ਮੈਂ ਉਸ ਨੂੰ ਬਹੁਤ ਵਧੀਆ ਜਾਣਦਾ, ਆਈ ਨੋ ਹਿਮ ਵੈਰੀ ਵੈਲ, ਮੈਂ ਉਸ ਨੂੰ ਬਹੁਤ ਵਧੀਆ ਜਾਣਦਾ। ਇੱਥੇ ਕੋਈ ਇਹ ਗੱਲ ਨਹੀਂ ਕਹੀ ਗਈ ਕਿ ਮੈਂ ਉਸ ਨੂੰ 2 ਸਾਲਾਂ ਤੋਂ ਜਾਣਦਾ, 3 ਸਾਲਾਂ ਤੋਂ, ਲੰਬੇ ਸਮੇਂ ਤੋਂ ਜਾਣਦਾ, ਇਹ ਗੱਲ ਤਾਂ ਨਹੀਂ ਕਹੀ ਗਈ। ਇਸ ਲਈ ਇੱਥੇ ਸਿੰਪਲ ਆਈ ਨੋ ਆਏਗਾ, ਆਈ ਹੈਵ ਬੀਨ ਨੋਨ ਨਹੀਂ ਆਏਗਾ, ਕਿਉਂਕਿ ਸਿੰਪਲ ਕਿਹਾ ਗਿਆ ਕਿ ਬੈਨ ਮੇਰਾ ਦੋਸਤ ਹੈ, ਮੈਂ ਉਹਨੂੰ ਬਹੁਤ ਵਧੀਆ ਜਾਣਦਾ। ਇਹ ਨਹੀਂ ਕਿਹਾ ਗਿਆ ਕਿ ਮੈਂ ਉਸ ਨੂੰ ਕਿੰਨੇ ਸਮੇਂ ਤੋਂ ਜਾਣਦਾ, ਕੋਈ ਟਾਈਮਿੰਗ ਵਗੈਰਾ ਨਹੀਂ ਹੈਗੀ। ਸੈਕਿੰਡ ਦੇ ਵਿੱਚ ਦੇਖੋ ਆਈ ਲਾਈਕ ਯੂਅਰ ਹਾਊਸ, ਕਹਿੰਦਾ ਮੈਨੂੰ ਤੁਹਾਡਾ ਘਰ ਹੈ ਜਿਹੜਾ ਉਹ ਪਸੰਦ ਹੈ। ਹਾਊ ਲੌਂਗ ਡੂ ਯੂ ਲਿਵ, ਹੈਵ ਯੂ ਲਿਵਡ ਹੇਅਰ, ਤੁਸੀਂ ਇੱਥੇ ਕਿੰਨੇ ਸਮੇਂ ਤੋਂ ਰਹਿ ਰਹੇ ਹੋ। ਦੇਖੋ ਹਾਊ ਲੌਂਗ ਆ ਗਿਆ, ਜਦੋਂ ਹਾਊ ਲੌਂਗ ਆ ਜਾਂਦਾ ਹੈ ਤਾਂ ਆਪਾਂ ਕੀ ਯੂਜ਼ ਕਰਦੇ ਹਾਂ, ਜਾਂ ਤਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਜਾਂ ਫਿਰ ਪ੍ਰੈਜੈਂਟ ਪਰਫੈਕਟ ਵੀ ਕਈ ਵਾਰ ਯੂਜ਼ ਹੋ ਜਾਂਦਾ ਹੈ। ਇੱਥੇ ਡੂ ਯੂ ਲਿਵ ਤਾਂ ਦੇਖੋ ਪ੍ਰੈਜੈਂਟ ਇੰਡੈਫੀਨਿਟ ਆ ਗਿਆ, ਇਹ ਨਹੀਂ ਆਏਗਾ। ਇੱਥੇ ਆਏਗਾ ਹੈਵ ਯੂ ਲਿਵਡ ਹੇਅਰ, ਵੀ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ। ਇੱਥੇ ਪ੍ਰੈਜੈਂਟ ਪਰਫੈਕਟ ਬਣਾਇਆ ਕਿਉਂਕਿ ਮੈਂ ਤੁਹਾਨੂੰ ਦੋ ਜਿਹੜੀਆਂ ਵਰਬ ਦੀ ਫਾਰਮਸ ਦੱਸੀਆਂ ਸੀ, ਇੱਕ ਤਾਂ ਲਿਵ, ਇੱਕ ਵਰਕ। ਇਹ ਜਿਹੜੀਆਂ ਦੋ ਵਰਬ ਦੀ ਫਾਰਮਸ ਨੇ, ਇਹਨਾਂ ਨੂੰ ਲੈ ਕੇ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਵੀ ਬਣ ਜਾਂਦਾ ਤੇ ਪ੍ਰੈਜੈਂਟ ਪਰਫੈਕਟ ਵੀ ਬਣ ਜਾਂਦਾ। ਇੱਥੇ ਜੇਕਰ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ, ਹਾਊ ਲੌਂਗ ਹੈਵ ਯੂ ਬੀਨ ਲਿਵਿੰਗ ਹੇਅਰ, ਪ੍ਰੈਜੈਂਟ ਪਰਫੈਕਟ ਕੰਟੀਨਿਊਸ ਵੀ ਬਣ ਜੂ, ਬਟ ਇਹ ਵੀ ਕਰੈਕਟ ਹੈ। ਆਪਾਂ ਤਾਂ ਸਿਰਫ ਚੂਜ਼ ਕਰਨਾ ਹੈ ਤਾਂ ਇਹ ਕਰੈਕਟ ਹੈ। ਥਰਡ ਦੇਖੋ, ਯੂ ਵਿਲ ਨੀਡ ਐਨ ਅੰਬਰੇਲਾ ਇਫ ਯੂ ਗੋ ਆਊਟ ਨਾਓ। ਦੇਖੋ ਨਾਓ ਇਹ ਕੀ ਕਹਿ ਰਿਹਾ ਹੈ, ਕਹਿੰਦਾ ਜੇਕਰ ਤੁਸੀਂ ਹੁਣ, ਇਸ ਵਕਤ ਤੇ ਪ੍ਰੈਜੈਂਟ ਦੀ ਗੱਲ ਕਰ ਰਿਹਾ ਹੈ, ਜੇਕਰ ਤੁਸੀਂ ਹੁਣ ਬਾਹਰ ਜਾਓਗੇ ਤਾਂ ਤੁਹਾਨੂੰ ਛਤਰੀ ਦੀ ਜ਼ਰੂਰਤ ਹੈ। ਆਪਾਂ ਨੂੰ ਛਤਰੀ ਦੀ ਜ਼ਰੂਰਤ ਕਦੋਂ ਹੁੰਦੀ ਹੈ, ਜਦੋਂ ਮੀਂਹ ਪੈਂਦਾ ਹੋਵੇ। ਔਰ ਇਹ ਗੱਲ ਕਰ ਰਿਹਾ ਨਾਓ ਦੀ, ਹੁਣ ਦੀ, ਵੀ ਜੇਕਰ ਹੁਣ ਤੁਸੀਂ ਘਰੋਂ ਬਾਹਰ ਜਾਓਗੇ ਤੁਹਾਨੂੰ ਛਤਰੀ ਦੀ ਜ਼ਰੂਰਤ ਹੈ। ਇਹਦਾ ਮਤਲਬ ਇਸ ਵਕਤ ਮੀਂਹ ਪੈ ਰਿਹਾ ਹੈ। ਤਾਂ ਆਪਣੇ ਕੋਲ ਦੇਖੋ ਆਪਸ਼ਨ ਵੀ ਨੇ, ਇਟ ਇਜ਼ ਰੇਨਿੰਗ ਜਾਂ ਫਿਰ ਇਟ ਹੈਜ਼ ਬੀਨ ਰੇਨਿੰਗ। ਦੇਖੋ ਇਟ ਹੈਜ਼ ਬੀਨ ਰੇਨਿੰਗ ਤਾਂ ਆਪਾਂ ਉਦੋਂ ਯੂਜ਼ ਕਰਾਂਗੇ ਜਦੋਂ ਆਪਾਂ ਇਹ ਦੱਸਣਾ ਚਾਹ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਮੀਂਹ ਪੈਂਦਾ ਆ ਰਿਹਾ ਹੈ, ਉਦੋਂ ਇਟ ਹੈਜ਼ ਬੀਨ ਰੇਨਿੰਗ ਹੋਏਗਾ। ਬਟ ਇਹ ਕਹਿ ਰਿਹਾ ਵੀ ਛਤਰੀ ਨਾਲ ਲੈ ਕੇ ਜਾਣੀ ਪਊ ਜੇਕਰ ਹੁਣ ਬਾਹਰ ਜਾਂਦੇ ਹੋ। ਇਹਦਾ ਮਤਲਬ ਇਸ ਵਕਤ ਮੀਂਹ ਪੈ ਰਿਹਾ ਹੈ, ਇਟ ਇਜ਼ ਰੇਨਿੰਗ ਆਏਗਾ, ਇਟ ਹੈਜ਼ ਬੀਨ ਰੇਨਿੰਗ ਨਹੀਂ ਆਏਗਾ। ਥੋੜੀ ਜਿਹੀ ਸਮਝਣ ਦੀ ਗੱਲ ਹੈ ਬਸ। ਫੋਰਥ ਦੇਖੋ, ਦ ਵੈਦਰ ਇਜ਼ ਜਾਂ ਫਿਰ ਹੈਜ਼ ਬੀਨ ਔਫੁਲ ਸਿੰਸ ਆਈ ਅਰਾਈਵਡ ਹੇਅਰ। ਦੇਖੋ ਸਿੰਸ ਆਈ ਅਰਾਈਵਡ ਹੇਅਰ, ਜਦੋਂ ਦਾ ਮੈਂ ਇੱਥੇ ਆਇਆ ਉਦੋਂ ਦਾ ਜਿਹੜਾ ਮੌਸਮ ਹੈ ਉਹ ਔਫੁਲ ਮਤਲਬ ਕਿ ਖਰਾਬ ਹੈ। ਮਤਲਬ ਇੱਕ ਸਮਾਂ ਦਿੱਤਾ ਗਿਆ ਵੀ ਜਦੋਂ ਦਾ ਮੈਂ ਇੱਥੇ ਆਇਆ, ਤਾਂ ਹੈਜ਼ ਬੀਨ ਆਏਗਾ, ਇਜ਼ ਆ ਜਿਹੜਾ ਉਹ ਨਹੀਂ ਆਏਗਾ। हैज़ बीन आएगा प्रेजेंट परफेक्ट क्योंकि इतने बी वर्ब की फॉर्म है और बी वर्ब की फॉर्म के नाल प्रेजेंट परफेक्ट कंटीन्यूस नहीं बनता, आप गल कर चुके हैं। तो हैज़ बी की थर्ड फॉर्म है बीन प्रेजेंट परफेक्ट। पंजवां देखो आई एम सॉरी आई एम लेट, कहना माफ़ करना मैं थोड़ा लेट हो गया। आर यू वेटिंग या फिर हैव यू बीन वेटिंग लॉन्ग, देखो अंत ते आया लॉन्ग, ਇਹਦਾ मतलब पूछ रहा कि तुसीं लंबे समय तो इंतजार कर रहे हो, ਇਹਦਾ मतलब पास्ट की गल हो रही है भी लंबे समय तो इंतजार करते आ रहे हो, इसलिए हैव यू बीन वेटिंग आएगा, आर यू वेटिंग नहीं आएगा।
ਆਰ ਯੂ ਵੇਟਿੰਗ ਤਾਂ ਜੇਕਰ ਆਪਾਂ ਅਗਲੇ ਨੂੰ ਸਿੰਪਲ ਕਹਿਣਾ ਹੋਵੇ ਆਰ ਯੂ ਵੇਟਿੰਗ ਸਮਬਡੀ, ਕੀ ਤੁਸੀਂ ਕਿਸੇ ਦਾ ਇੰਤਜ਼ਾਰ ਕਰ ਰਹੇ ਹੋ, ਬਟ ਆਪਾਂ ਤਾਂ ਇਹ ਪੁੱਛ ਰਹੇ ਹਾਂ ਜੋ ਬੰਦਾ ਆਪਣਾ ਇੰਤਜ਼ਾਰ ਕਰ ਰਿਹਾ ਸੀ ਆਪਾਂ ਉਹਦੇ ਕੋਲ ਜਾ ਕੇ ਉਸ ਤੋਂ ਪੁੱਛ ਰਹੇ ਹਾਂ ਵੀ ਕੀ ਤੁਸੀਂ ਲੰਬੇ ਸਮੇਂ ਤੋਂ ਮੇਰਾ ਇੰਤਜ਼ਾਰ ਕਰਦੇ ਆ ਰਹੇ ਹੋ, ਤਾਂ ਹੈਵ ਯੂ ਬੀਨ ਵੇਟਿੰਗ। ਛੇਵਾਂ ਵੀ ਹੈਵ ਮੂਵਡ। ਵੀ ਹੈਵ ਮੂਵਡ ਦਾ ਮਤਲਬ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਅਸੀਂ ਜਾ ਚੁੱਕੇ ਹਾਂ, ਠੀਕ ਹੈ। ਤਾਂ ਅੱਗੇ ਕਹਿ ਰਿਹਾ ਹੈ ਵੀ ਆਰ ਲੀਵਿੰਗ ਜਾਂ ਫਿਰ ਵੀ ਹੈਵ ਬੀਨ ਲੀਵਿੰਗ ਇਨ ਨਿਊ ਸਟਰੀਟ ਨਾਓ, ਵੀ ਹੁਣ ਅਸੀਂ ਇੱਕ ਨਵੀਂ ਗਲੀ ਦੇ ਵਿੱਚ ਰਹਿੰਦੇ ਹਾਂ। ਦੇਖੋ ਇੱਥੇ ਸਿਰਫ ਇਹ ਦੱਸ ਰਿਹਾ ਹੈ ਕਿ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲੇ ਗਏ ਤੇ ਹੁਣ ਅਸੀਂ ਇੱਕ ਨਵੀਂ ਗਲੀ ਦੇ ਵਿੱਚ ਰਹਿ ਰਹੇ ਹਾਂ। ਇਹ ਤਾਂ ਨਹੀਂ ਕਹਿ ਰਿਹਾ ਵੀ ਜਿਹੜੀ ਨਵੀਂ ਗਲੀ ਹੈ ਨਿਊ ਸਟਰੀਟ ਉਸ ਦੇ ਵਿੱਚ ਅਸੀਂ ਕਿੰਨੇ ਸਮੇਂ ਤੋਂ ਰਹਿ ਰਹੇ ਹਾਂ। ਇਸ ਲਈ ਇੱਥੇ ਹੈਵ ਵੀ ਹੈਵ ਬੀਨ ਲਿਵਿੰਗ ਨਹੀਂ ਆਏਗਾ, ਇੱਥੇ ਸਿੰਪਲ ਆਏਗਾ ਵੀ ਆਰ ਲਿਵਿੰਗ ਇਨ ਨਿਊ ਸਟਰੀਟ ਨਾਓ, ਕਿਉਂਕਿ ਐਂਡ ਤੇ ਨਾਓ ਆ ਗਿਆ ਵੀ ਹੁਣ ਅਸੀਂ ਇੱਕ ਨਵੀਂ ਗਲੀ ਦੇ ਵਿੱਚ ਰਹਿ ਰਹੇ ਹਾਂ। ਸੱਤਵਾਂ ਆਈ ਮੈਟ ਮਾਰੀਆ ਓਨਲੀ ਰੀਸੈਂਟਲੀ। ਜਿਹੜੀ ਮਾਰੀ ਹੈ ਉਸ ਨੂੰ ਮੈਂ ਓਨਲੀ ਰੀਸੈਂਟਲੀ ਵੀ ਹੁਣੇ ਮੈਂ ਉਸ ਨੂੰ ਮਿਲਿਆ। ਆਈ ਡੋਂਟ ਨੋ ਜਾਂ ਫਿਰ ਆਈ ਹੈਵਨਟ ਨੋ ਹਰ ਵੈਰੀ ਲੌਂਗ, ਮੈਂ ਉਸ ਨੂੰ ਲੰਬੇ ਸਮੇਂ ਤੋਂ ਨਹੀਂ ਜਾਣਦਾ। ਦੇਖੋ ਵੈਰੀ ਲੌਂਗ ਦੀ ਗੱਲ ਆ ਗਈ, ਵੈਰੀ ਲੌਂਗ ਮਤਲਬ ਕਿ ਪਿਛਲੇ ਲੰਬੇ ਸਮੇਂ ਤੋਂ ਮੈਂ ਉਸ ਨੂੰ ਨਹੀਂ ਜਾਣਦਾ, ਇਸ ਲਈ ਆਈ ਹੈਵਨਟ ਨੋਨ ਆਏਗਾ ਇੱਥੇ, ਆਈ ਡੋਂਟ ਨੋ ਨਹੀਂ ਆਏਗਾ। ਆਈ ਹੈਵਨਟ ਨੋਨ ਪ੍ਰੈਜੈਂਟ ਪਰਫੈਕਟ, ਕਿਉਂਕਿ ਲੰਬੇ ਸਮੇਂ ਵੈਰੀ ਲੌਂਗ ਪਿਛਲੇ ਸਮੇਂ ਦੀ ਗੱਲ ਆ ਰਹੀ ਹੈ। ਔਰ ਇੱਥੇ ਕਿਉਂਕਿ ਵਰਬ ਦੀ ਫਾਰਮ ਨੋ ਹੈ, ਠੀਕ ਹੈ, ਆਈ ਹੈਵਨਟ ਨੋਨ ਆਏਗਾ, ਇੱਥੇ ਐਨ ਆ ਗਿਆ ਨੋਨ, ਕਿਉਂਕਿ ਜਿਹੜੀ ਨੋ ਵਰਬ ਦੀ ਫਾਰਮ ਹੈ ਉਸ ਦੇ ਨਾਲ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਤਾਂ ਨਹੀਂ ਬਣਾਵਾਂਗੇ, ਪ੍ਰੈਜੈਂਟ ਪਰਫੈਕਟ ਬਣਾਵਾਂਗੇ। ਆਪਾਂ ਸਮਝਿਆ ਪਿੱਛੇ। ਅੱਠਵਾਂ ਲੀਜ਼ਾ ਇਜ਼ ਇਨ ਜਰਮਨੀ। ਜਿਹੜੀ ਲੀਜ਼ ਹੈ ਉਹ ਜਰਮਨੀ ਦੇ ਵਿੱਚ ਹੈ, ਠੀਕ ਹੈ। ਅੱਗੇ ਆਪਾਂ ਕੀ ਕਹਿ ਰਹੇ ਹਾਂ ਸ਼ੀ ਇਜ਼ ਜਾਂ ਫਿਰ ਸ਼ੀ ਹੈਜ਼ ਬੀਨ ਦੇਅਰ ਔਨ ਬਿਜ਼ਨਸ ਟ੍ਰਿਪ, ਔਰ ਜਰਮਨੀ ਦੇ ਵਿੱਚ ਉਹ ਬਿਜ਼ਨਸ ਟ੍ਰਿਪ ਤੇ ਹੈ। ਦੇਖੋ ਆਪਾਂ ਇਹ ਤਾਂ ਨਹੀਂ ਗੱਲ ਦੱਸ ਰਹੇ ਵੀ ਜਰਮਨੀ ਦੇ ਵਿੱਚ ਉਹ ਕਿੰਨੇ ਸਮੇਂ ਤੋਂ ਹੈ, ਇਹ ਗੱਲ ਤਾਂ ਨਹੀਂ ਦੱਸ ਰਹੇ, ਸਿਰਫ ਆਪਾਂ ਇਹ ਦੱਸ ਰਹੇ ਹਾਂ ਸਿੰਪਲ ਵੀ ਜਿਹੜੀ ਲੀਜ਼ ਹੈ ਉਹ ਜਰਮਨੀ ਦੇ ਵਿੱਚ ਹੈ ਔਰ ਜਰਮਨੀ ਦੇ ਵਿੱਚ ਉਹ ਬਿਜ਼ਨਸ ਟ੍ਰਿਪ ਤੇ ਹੈ। ਆਪਾਂ ਕੋਈ ਟਾਈਮ ਨਹੀਂ ਦੱਸ ਰਹੇ ਵੀ ਕਿੰਨੇ ਲੰਬੇ ਸਮੇਂ ਤੋਂ ਹੈ, ਇਸ ਲਈ ਸ਼ੀ ਇਜ਼ ਆਏਗਾ, ਸ਼ੀ ਹੈਜ਼ ਬੀਨ ਨਹੀਂ ਆਏਗਾ, ਸਿੰਪਲ ਹੈ। ਨੌਵਾਂ ਦੈਟਸ ਅ ਵੈਰੀ ਓਲਡ ਬਾਈਕ। ਜਿਹੜੀ ਇਹ ਬਾਈਕ ਹੈ ਕਹਿੰਦਾ ਬਹੁਤ ਓਲਡ ਹੈ। ਹਾਊ ਲੌਂਗ ਡੂ ਯੂ ਹੈਵ ਜਾਂ ਹੈਵ ਯੂ ਹੈਡ ਇਟ, ਤੁਹਾਡੇ ਲਵੇ ਇਹ ਬਾਈਕ ਕਿੰਨੇ ਸਮੇਂ ਤੋਂ ਹੈ। ਇਹਦਾ ਮਤਲਬ ਪ੍ਰੈਜੈਂਟ ਇੰਡੈਫੀਨਿਟ ਤਾਂ ਨਹੀਂ ਬਣੇਗਾ, ਕਿੰਨੇ ਸਮੇਂ ਤੋਂ ਹੈ ਹੈਵ ਯੂ ਹੈਡ ਇਟ, ਕਿਉਂਕਿ ਵਰਬ ਦੀ ਫਾਰਮ ਇੱਥੇ ਹੈਵ ਹੈ, ਹੈਵ ਦੀ ਥਰਡ ਫਾਰਮ ਹੈਡ, ਤਾਂ ਕਰਕੇ ਇੱਥੇ ਪ੍ਰੈਜੈਂਟ ਪਰਫੈਕਟ ਬਣਿਆ ਕਿਉਂਕਿ ਹਾਊ ਲੌਂਗ ਆ ਗਿਆ। ਹਾਊ ਲੌਂਗ ਹੈਵ ਯੂ ਹੈਡ ਇਟ, ਤੁਹਾਡੇ ਲਵੇ ਕਿੰਨੇ ਸਮੇਂ ਤੋਂ ਹੈ ਇਹ। 10ਵਾਂ ਦੇਖੋ ਆਈ ਐਮ ਨॉट ਫੀਲਿੰਗ ਗੁੱਡ, ਕਹਿੰਦਾ ਮੈਂ ਵਧੀਆ ਫੀਲ ਨਹੀਂ ਕਰ ਰਿਹਾ। ਆਈ ਐਮ ਫੀਲਿੰਗ ਜਾਂ ਫਿਰ ਆਈ ਹੈਵ ਬੀਨ ਫੀਲਿੰਗ ਇਲ ਆਲ ਡੇ, ਵੀ ਪੂਰੇ ਦਿਨ ਤੋਂ ਮੈਂ ਬਿਮਾਰ ਮਹਿਸੂਸ ਕਰ ਰਿਹਾ, ਪੂਰੇ ਦਿਨ ਤੋਂ। ਹੁਣ ਇਹ ਪੂਰੇ ਦਿਨ ਦੀ ਗੱਲ ਹੋ ਰਹੀ ਹੈ, ਸਿਰਫ ਇਸ ਵਕਤ ਦੀ ਗੱਲ ਨਹੀਂ ਹੋ ਰਹੀ। ਜੇਕਰ ਐਟ ਪ੍ਰੈਜੈਂਟ ਦੀ ਸਿਰਫ ਮੌਕੇ ਦੀ ਗੱਲ ਹੋ ਰਹੀ ਹੈ ਫਿਰ ਤਾਂ ਆਈ ਐਮ ਫੀਲਿੰਗ ਆ ਜਾਂਦਾ, ਆਈ ਐਮ ਫੀਲਿੰਗ ਇਲ, ਬਟ ਅੱਗੇ ਉਹ ਕਹਿ ਰਿਹਾ ਆਲ ਡੇ, ਪੂਰੇ ਦਿਨ ਤੋਂ, ਮੈਂ ਪੂਰੇ ਦਿਨ ਤੋਂ ਬਿਮਾਰ ਮਹਿਸੂਸ ਕਰ ਰਿਹਾ, ਪਿਛਲੇ ਪੂਰੇ ਦਿਨ ਤੋਂ, ਤਾਂ ਕਰਕੇ ਇੱਥੇ ਆਈ ਹੈਵ ਬੀਨ ਫੀਲਿੰਗ ਆਏਗਾ, ਆਈ ਐਮ ਫੀਲਿੰਗ ਨਹੀਂ ਆਏਗਾ। ਆਈ ਹੋਪ ਕਿ ਜਿਹੜੀ ਇਹ ਪਹਿਲੀ ਆਪਣੀ ਐਕਸਰਸਾਈਜ਼ ਹੈ ਇਸ ਯੂਨਿਟ ਦੀ ਬਿਲਕੁਲ ਸਿੰਪਲ ਹੈ, ਸੈਂਟੈਂਸ ਪੜ੍ਹਦੇ ਸਾਰ ਹੀ ਤੁਹਾਨੂੰ ਪਤਾ ਲੱਗ ਜਾਂਦਾ। ਜੇਕਰ ਕੋਈ ਕਿਸੇ ਸੈਂਟੈਂਸ ਦੇ ਅੱਗੇ ਹਾਊ ਲੌਂਗ ਜਾਂ ਪਿੱਛੇ ਲੌਂਗ ਵੈਰੀ ਲੌਂਗ ਇਸ ਤਰ੍ਹਾਂ ਹੁੰਦਾ ਤਾਂ ਓਬਵੀਅਸ ਹੈ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣੇਗਾ ਜਾਂ ਫਿਰ ਪ੍ਰੈਜੈਂਟ ਪਰਫੈਕਟ। ਜੇ ਮੌਕੇ ਦੀ ਗੱਲ ਹੋ ਰਹੀ ਹੈ ਸਮੇਂ ਦੀ ਨਾਓ ਦੀ, ਫਿਰ ਬਸ ਸਿੰਪਲ ਤੁਸੀਂ ਪ੍ਰੈਜੈਂਟ ਇੰਡੈਫੀਨਿਟ ਜਾਂ ਫਿਰ ਪ੍ਰੈਜੈਂਟ ਕੰਟੀਨਿਊਸ ਸਿੰਪਲ ਬਣੇਗਾ। ਓਕੇ, ਤਾਂ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਫਸਟ। ਐਂਡ ਇਸ ਤੋਂ ਅੱਗੇ ਆਪਣੀ ਇਸ ਯੂਨਿਟ ਦੀ ਸੈਕੰਡ ਜਿਹੜੀ ਆਪਣੀ ਐਕਸਰਸਾਈਜ਼ ਹੈ ਦੇਖੋ ਉਹ ਆਪਾਂ ਕਰਦੇ ਹਾਂ। ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਦੇਖੋ, ਪਹਿਲਾਂ ਪੜੋ ਰੀਡ ਦ ਸਿਚੁਏਸ਼ਨਸ ਐਂਡ ਰਾਈਟ ਕੁਐਸਚਨਸ। ਕਹਿੰਦੇ ਸਿਚੁਏਸ਼ਨ ਪੜੋ ਅਤੇ ਕੁਐਸਚਨਸ ਮਤਲਬ ਪੁੱਟ ਕਰੋ, ਮਤਲਬ ਇੰਟੈਰੋਗੇਟਿਵ ਸੈਂਟੈਂਸ ਬਣਾਓ ਯੂਜ਼ਿੰਗ ਦੈਟ ਵਰਡਸ ਇਨ ਬ੍ਰੈਕਟਸ। ਦੇਖੋ ਬ੍ਰੈਕਟ ਦੇ ਵਿੱਚ ਜਿਹੜੇ ਸ਼ਬਦ ਨੇ ਉਹਨਾਂ ਨੂੰ ਯੂਜ਼ ਕਰੋ। ਹੁਣ ਮੈਂ ਤੁਹਾਨੂੰ ਸਮਝਾਉਣਾ ਪੰਜਾਬੀ ਦੇ ਵਿੱਚ ਸਿੱਧਾ ਵੀ ਕਰਨਾ ਕੀ ਹੈ। ਇਹ ਫਸਟ ਸੈਂਟੈਂਸ ਹੈ, ਇਹ ਫਸਟ ਸੈਂਟੈਂਸ ਪਹਿਲਾਂ ਆਪਣੇ ਪੂਰਾ ਪੜ੍ਹਨਾ ਹੈ, ਇਹ ਸਿਚੁਏਸ਼ਨ ਪੜ੍ਹਨੀ ਹੈ ਪੂਰੀ। ਓਕੇ, ਜਦੋਂ ਸਿਚੁਏਸ਼ਨ ਪੜ੍ਹਨੀ ਹੈ ਉਸ ਤੋਂ ਬਾਅਦ ਇਸ ਸੈਂਟੈਂਸ ਦੇ ਨਾਲ ਰਿਲੇਟਡ ਹੀ ਨੀਚੇ ਇਹਨਾਂ ਨੇ ਇਹ ਕੁਝ ਕੁ ਸ਼ਬਦ ਦਿੱਤੇ ਨੇ। ਦੇਖੋ 1 2 3 ਤਿੰਨ ਸ਼ਬਦ ਦਿੱਤੇ। ਇਹਨਾਂ ਸ਼ਬਦਾਂ ਦੇ ਆਧਾਰ ਤੇ ਆਪਾਂ ਨੇ ਇੱਥੇ ਨਵਾਂ ਸੈਂਟੈਂਸ ਬਣਾਉਣਾ ਇੰਟੈਰੋਗੇਟਿਵ। ਇਹਨਾਂ ਸ਼ਬਦਾਂ ਨੂੰ ਲੈ ਕੇ ਇੰਟੈਰੋਗੇਟਿਵ ਸ਼ਬਦ ਇਹਨਾਂ ਨੇ ਦੇਤੇ, ਬਸ ਆਪਾਂ ਨੇ ਕੀ ਕਰਨਾ ਹੈ, ਆਪਾਂ ਨੇ ਨਾਲ ਹਨਾ ਜਿਹੜਾ ਕੋਈ ਹੈਲਪਿੰਗ ਵਰਬ ਵਗੈਰਾ ਯੂਜ਼ ਕਰਕੇ ਇੰਟੈਰੋਗੇਟਿਵ ਸੈਂਟੈਂਸ ਬਣਾਉਣਾ। ਔਰ ਜਿਹੜੀ ਆਪਾਂ ਉੱਪਰ ਸਿਚੁਏਸ਼ਨ ਪੜਾਂਗੇ ਜਾਂ ਫਿਰ ਜਿਹੜੇ ਇਹ ਸ਼ਬਦ ਇਹਨਾਂ ਨੇ ਆਪਾਂ ਨੂੰ ਦਿੱਤੇ ਨੇ, ਇਹਨਾਂ ਸ਼ਬਦਾਂ ਤੋਂ ਹੀ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਆਪਾਂ ਕਿਹੜਾ ਟੈਂਸ ਬਣਾਵਾਂਗੇ, ਪ੍ਰੈਜੈਂਟ ਪਰਫੈਕਟ ਬਣਾਵਾਂਗੇ ਜਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣਾਵਾਂਗੇ। ਬਿਲਕੁਲ ਸਿੰਪਲ ਹੈ, ਸਾਰਿਆਂ ਦੇ ਵਿੱਚ ਇਦਾਂ ਹੀ ਹੈ। ਦੇਖੋ ਜਦੋਂ ਆਪਾਂ ਕਰਾਂਗੇ ਤੁਹਾਨੂੰ ਈਜ਼ੀਲੀ ਪਤਾ ਚੱਲ ਜਾਏਗਾ, ਬਿਲਕੁਲ ਆਸਾਨ ਨੇ। ਫਸਟ ਪੜੋ
ਆਪਾਂ ਨੂੰ ਕਹਿ ਰਹੇ ਨੇ, ਦੇਖੋ ਸਿਚੁਏਸ਼ਨ ਦਿੱਤੀ ਆਪਾਂ ਨੂੰ, ਕਹਿੰਦੇ ਅ ਫਰੈਂਡ ਟੈਲਸ ਯੂ ਦੈਟ ਪੌਲ ਇਜ਼ ਇਨ ਹਸਪੀਟਲ। ਤੁਹਾਡੇ ਦੋਸਤ ਨੇ ਕਹਿੰਦੇ ਤੁਹਾਨੂੰ ਦੱਸਿਆ ਕਿ ਜਿਹੜਾ ਪੌਲ ਹੈ ਉਹ ਹਸਪਤਾਲ ਦੇ ਵਿੱਚ ਹੈ। ਯੂ ਆਸਕ ਹਿਮ, ਹੁਣ ਆਪਾਂ ਉਸ ਤੋਂ ਅੱਗੇ ਹੋਰ ਕੁਝ ਪੁੱਛ ਰਹੇ ਹਾਂ। ਆਪਣਾ ਦੋਸਤ ਆਪਣੇ ਕੋਲ ਆਇਆ, ਉਹਨੇ ਆਪਾਂ ਨੂੰ ਦੱਸਿਆ ਵੀ ਜਿਹੜਾ ਪੌਲ ਹੈ ਹਸਪਤਾਲ ਦੇ ਵਿੱਚ ਹੈ। ਹੁਣ ਆਪਾਂ ਉਸ ਤੋਂ ਹੋਰ ਕੁਐਸਚਨਿੰਗ ਕਰ ਰਹੇ ਹਾਂ। ਕਿਹੜੀ ਕੁਐਸਚਨਿੰਗ ਕਰ ਰਹੇ ਹਾਂ? ਦੇਖੋ ਨੀਚੇ ਇਹਨਾਂ ਨੇ ਸੈਂਟੈਂਸ ਦੇ ਬਣਾਉਣ ਤੋਂ ਪਹਿਲਾਂ ਆਪਾਂ ਨੂੰ ਸ਼ਬਦ ਦਿੱਤੇ ਨੇ, ਆਪਾਂ ਨੇ ਇਹਨਾਂ ਸ਼ਬਦਾਂ ਨੂੰ ਲੈ ਕੇ ਅੱਗੇ ਉਸ ਤੋਂ ਹੋਰ ਕੁਐਸਚਨਿੰਗ ਕਰਨੀ ਹੈ। ਉਹ ਕਹਿ ਰਿਹਾ ਹਾਊ ਲੌਂਗ ਪੌਲ ਹਸਪੀਟਲ। ਦੇਖੋ ਹਾਊ ਲੌਂਗ ਪੌਲ ਹਸਪੀਟਲ, ਆਪਾਂ ਨੂੰ ਇਹ ਤਿੰਨ ਸ਼ਬਦ ਪੜ੍ਹਨ ਤੋਂ ਪਤਾ ਚੱਲ ਰਿਹਾ ਕਿ ਆਪਾਂ ਉਸ ਤੋਂ ਇਹ ਪੁੱਛ ਰਹੇ ਹਾਂ ਕਿ ਪੌਲ ਹਸਪਤਾਲ ਦੇ ਵਿੱਚ ਕਿੰਨੇ ਸਮੇਂ ਤੋਂ ਹੈ। ਵੀ ਪੌਲ ਜਿਹੜਾ ਹਸਪਤਾਲ ਦੇ ਵਿੱਚ ਹਾਊ ਲੌਂਗ ਕਿੰਨੇ ਸਮੇਂ ਤੋਂ ਹੈ, ਤਾਂ ਆਪਾਂ ਕਿਹੜਾ ਸੈਂਟੈਂਸ ਬਣਾਵਾਂਗੇ? ਆਪਾਂ ਟੈਂਸ ਬਣਾਵਾਂਗੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਬਟ ਜੇਕਰ ਇੱਥੇ ਦੇਖੀਏ ਜਿਹੜੀ ਵਰਬ ਦੀ ਫਾਰਮ ਹੈ, ਆਪਾਂ ਇਹ ਕਹਾਂਗੇ ਕਿ ਪੌਲ ਹਸਪਤਾਲ ਦੇ ਵਿੱਚ ਕਿੰਨੇ ਸਮੇਂ ਤੋਂ ਹੈ। ਕੋਈ ਕੰਮ ਨਹੀਂ ਕਰ ਰਿਹਾ ਪੌਲ, ਹੋਣਾ ਇੱਥੇ ਬੀ ਵਰਬ ਦੀ ਫਾਰਮ ਯੂਜ਼ ਕਰਾਂਗੇ, ਕਿਉਂਕਿ ਇੱਥੇ ਉੱਪਰ ਵੀ ਦੇਖੋ ਸਿੰਪਲ ਵਰਬ ਦੀ ਫਾਰਮ ਯੂਜ਼ ਕੀਤੀ ਗਈ ਹੈ। ਅ ਫਰੈਂਡ ਟੈਲਸ ਯੂ ਦੈਟ ਪੌਲ ਇਜ਼ ਇਨ ਹਸਪੀਟਲ, ਇੱਥੇ ਵੀ ਬੀ ਦੀ ਫਾਰਮ ਹੈ ਇਜ਼, ਤਾਂ ਇੱਥੇ ਜਿਹੜੀ ਮੇਨ ਆਪਾਂ ਵਰਬ ਯੂਜ਼ ਕਰਾਂਗੇ ਆਪਾਂ ਬੀ ਯੂਜ਼ ਕਰਾਂਗੇ। ਜਦੋਂ ਆਪਾਂ ਬੀ ਵਰਬ ਦੀ ਫਾਰਮ ਯੂਜ਼ ਕਰਦੇ ਹਾਂ ਤਾਂ ਉਦੋਂ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਉਂਦੇ। ਮੈਂ ਤੁਹਾਨੂੰ ਦੱਸਿਆ ਸੀ ਆਪਾਂ ਕਿਹੜਾ ਬਣਾਵਾਂਗੇ? ਪ੍ਰੈਜ਼ੈਂਟ ਪਰਫੈਕਟ। ਸਭ ਤੋਂ ਪਹਿਲਾਂ ਤਾਂ ਦੇਖੋ ਹਾਊ ਲੌਂਗ ਤਾਂ ਅੱਗੇ ਹੀ ਆਏਗਾ ਕਿਉਂਕਿ ਇੰਟੈਰੋਗੇਟਿਵ ਬਣਾਉਣਾ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਕਹਾਂਗੇ ਹਾਊ ਲੌਂਗ। ਹਾਊ ਲੌਂਗ ਤੋਂ ਬਾਅਦ ਆਪਾਂ ਹੈਲਪਿੰਗ ਵਰਬ ਲਗਾਉਣੇ ਆ। ਸਬਜੈਕਟ ਪੌਲ ਹੈ, ਪੌਲ ਦੇ ਨਾਲ ਹੈਜ਼ ਹੈਵ ਚੋਂ ਕੀ ਲੱਗੂ? ਹੈਜ਼, ਪ੍ਰੈਜ਼ੈਂਟ ਪਰਫੈਕਟ ਹੈ ਨਾ, ਹੈਜ਼। ਉਸ ਤੋਂ ਬਾਅਦ ਪੌਲ, ਫਿਰ ਵਰਬ ਦੀ ਫਾਰਮ ਕਿਹੜੀ ਹੈ? ਮੇਨ ਬੀ ਹੋਣਾ, ਬੀ, ਤਾਂ ਬੀ ਦੀ ਥਰਡ ਫਾਰਮ ਬੀਨ। ਉਸ ਤੋਂ ਬਾਅਦ ਕੀ ਪੁੱਛ ਰਹੇ ਹਾਂ ਆਪਾਂ? ਹਾਊ ਲੌਂਗ ਪੌਲ, ਹਾਊ ਲੌਂਗ ਹੈਜ਼ ਪੌਲ ਬੀਨ ਹਸਪਤਾਲ ਦੇ ਵਿੱਚ ਇਨ ਹਸਪੀਟਲ, ਇਨ ਹਸਪੀਟਲ। ਦੇਖੋ ਕੁਐਸਚਨ ਮਾਰਕ, ਮੈਨੂੰ ਤਾਂ ਨਹੀਂ ਲੱਗਦਾ ਕੋਈ ਔਖੀ ਗੱਲ ਹੈ। ਹਾਊ ਲੌਂਗ ਹੈਜ਼ ਪੌਲ ਬੀਨ ਇਨ ਹਸਪੀਟਲ, ਹਸਪਤਾਲ ਦੇ ਵਿੱਚ ਪੌਲ ਕਿੰਨੇ ਸਮੇਂ ਤੋਂ ਹੈ। ਸੈਕਿੰਡ ਦੇਖੋ, ਯੂ ਨੋ ਦੈਟ ਜੇਨ ਇਜ਼ ਅ ਗੁੱਡ ਫਰੈਂਡ ਆਫ ਕੈਥਰੀਨ। ਕਹਿੰਦਾ ਤੁਹਾਨੂੰ ਪਤਾ ਹੈ ਕਿ ਜਿਹੜੀ ਜੇਨ ਹੈ ਉਹ ਕੈਥਰੀਨ ਦੀ ਬਹੁਤ ਵਧੀਆ ਦੋਸਤ ਹੈ। ਯੂ ਆਸਕ ਜੇਨ, ਹੁਣ ਆਪਾਂ ਜੇਨ ਤੋਂ ਪੁੱਛ ਰਹੇ ਹਾਂ। ਆਪਾਂ ਜੇਨ ਤੋਂ ਕੀ ਪੁੱਛ ਰਹੇ ਹਾਂ? ਹਾਊ ਲੌਂਗ ਯੂ ਨੋ ਕੈਥਰੀਨ। ਸਿੰਪਲ ਆਪਾਂ ਇਹ ਪੁੱਛ ਰਹੇ ਹਾਂ ਵੀ ਤੁਸੀਂ ਕੈਥਰੀਨ ਨੂੰ ਕਿੰਨੇ ਸਮੇਂ ਤੋਂ ਜਾਣਦੇ ਹੋ। ਤਾਂ ਇਹਦਾ ਮਤਲਬ ਕਿਹੜਾ ਬਣੇਗਾ? ਹਾਊ ਲੌਂਗ ਆ ਗਿਆ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਬਟ ਜੇਕਰ ਵਰਬ ਦੀ ਫਾਰਮ ਦੇਖੀਏ ਨੋ ਹੈ, ਇਹਦੇ ਨਾਲ ਆਪਾਂ ਕੰਟੀਨਿਊ ਨਹੀਂ ਬਣਾਵਾਂਗੇ, ਤਾਂ ਆਪਾਂ ਪ੍ਰੈਜ਼ੈਂਟ ਪਰਫੈਕਟ ਬਣਾਵਾਂਗੇ। ਸਭ ਤੋਂ ਪਹਿਲਾਂ ਹਾਊ ਲੌਂਗ, ਬਿਲਕੁਲ ਸਿੰਪਲ ਹੈ, ਉਹੀ ਚੀਜ਼ਾਂ ਨੇ ਬਸ। ਹਾਊ ਲੌਂਗ ਸਬਜੈਕਟ ਕੀ ਹੈ? ਯੂ, ਯੂ ਦੇ ਨਾਲ ਆਏਗਾ ਹੈਵ। ਹਾਊ ਲੌਂਗ ਹੈਵ ਯੂ, ਵਰਬ ਦੀ ਥਰਡ ਫਾਰਮ ਨੋ ਦੀ ਨਾਉਨ। ਹੁਣ ਅੱਗੇ ਆਪਾਂ ਕੀ ਪੁੱਛ ਰਹੇ ਹਾਂ ਵੀ ਤੁਸੀਂ ਕੈਥਰੀਨ ਨੂੰ ਕਿੰਨੇ ਸਮੇਂ ਤੋਂ ਜਾਣਦੇ ਹੋ, ਤਾਂ ਆਪਾਂ ਕਹਾਂਗੇ ਹਾਊ ਲੌਂਗ ਹੈਵ ਯੂ ਨੋਨ ਟੂ ਕੈਥਰੀਨ, ਨੋਨ ਟੂ ਕੈਥਰੀਨ, ਵੀ ਮਤਲਬ ਕੈਥਰੀਨ ਦੇ ਕਿੰਨੇ ਸਮੇਂ ਤੋਂ ਤੁਸੀਂ ਜਾਣੂ ਹੋ। ਠੀਕ ਹੈ, ਇਹ ਪ੍ਰੈਪੋਜੀਸ਼ਨ ਆਪਣੇ ਹਿਸਾਬ ਨਾਲ ਦੇਖੋ ਇਹ ਤੁਸੀਂ ਲਗਾਉਣੀ ਹੈ। ਦੇਖੋ ਇਹ ਤਾਂ ਬਿਲਕੁਲ ਸਿੰਪਲ ਜੀ ਗੱਲਾਂ ਨੇ, ਜਿਵੇਂ ਹਸਪਤਾਲ ਤੋਂ ਪਹਿਲਾਂ ਇਨ ਹਸਪੀਟਲ, ਟੂ ਕੈਥਰੀਨ, ਹਨਾ, ਇਸ ਤਰ੍ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਦਾ। ਤਾਂ ਥਰਡ ਦੇਖੋ, ਯੋਰ ਫਰੈਂਡਸ ਸਿਸਟਰ ਵੈਂਟ ਟੂ ਆਸਟ੍ਰੇਲੀਆ। ਤੁਹਾਡੇ ਦੋਸਤ ਦੀ ਜਿਹੜੀ ਭੈਣ ਹੈ ਉਹ ਆਸਟ੍ਰੇਲੀਆ ਗਈ ਹੈ ਸਮ ਟਾਈਮਸ ਅਗੋ, ਕੁਝ ਸਮਾਂ ਪਹਿਲਾਂ। ਐਂਡ ਸ਼ੀ ਇਜ਼ ਸਟਿਲ ਦੇਅਰ, ਐਂਡ ਹਜੇ ਵੀ ਉਹ ਉੱਥੇ ਹੈ। ਦੇਖੋ ਇਸ ਦੇ ਵਿੱਚ ਵੀ ਜਿਹੜੀ ਵਰਬ ਹੈ ਸ਼ੀ ਇਜ਼ ਸਟਿਲ ਦੇਅਰ, ਇਜ਼ ਐ ਮਾਰ, ਮਤਲਬ ਕਿ ਬੀ ਦੀ ਹੀ ਫਾਰਮ ਯੂਜ਼ ਹੋਈ ਹੈ, ਹਨਾ, ਉਹ ਹਜੇ ਵੀ ਉੱਥੇ ਹੈ। ਯੂ ਆਸਕ ਯੂਅਰ ਫਰੈਂਡ। ਹੁਣ ਆਪਾਂ ਆਪਣੇ ਦੋਸਤ ਤੋਂ ਕੀ ਪੁੱਛ ਰਹੇ ਹਾਂ? ਆਪਾਂ ਪੁੱਛ ਰਹੇ ਹਾਂ ਹਾਊ ਲੌਂਗ ਸਿਸਟਰ ਇਨ ਆਸਟ੍ਰੇਲੀਆ, ਮਤਲਬ ਸ਼ਾਰਟ ਦੇ ਵਿੱਚ ਦੇਤਾ। ਇਹਦਾ ਮਤਲਬ ਓਬਵੀਅਸ ਪਤਾ ਚੱਲ ਰਿਹਾ ਹੈ ਆਪਾਂ ਆਪਣੇ ਦੋਸਤ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਹਾਊ ਲੌਂਗ ਸਿਸਟਰ ਇਨ ਆਸਟ੍ਰੇਲੀਆ, ਵੀ ਤੁਹਾਡੀ ਸਿਸਟਰ ਆਸਟ੍ਰੇਲੀਆ ਦੇ ਵਿੱਚ ਕਿੰਨੇ ਸਮੇਂ ਤੋਂ ਹੈ। ਤੁਹਾਡੀ ਸਿਸਟਰ ਕਹਾਂਗੇ ਆਪਾਂ, ਇੱਥੇ ਇਕੱਲੇ ਸਿਸਟਰ ਨਹੀਂ ਕਹਾਂਗੇ। ਦੇਖੋ ਆਪਾਂ ਜਦੋਂ ਪੂਰਾ ਕੁਐਸਚਨ ਪੁੱਟ ਕਰਾਂਗੇ ਆਪਾਂ ਕਹਾਂਗੇ ਹਾਊ ਲੌਂਗ, ਹਾਊ ਲੌਂਗ। ਇਸ ਦੇ ਵਿੱਚ ਵੀ ਜਿਹੜੀ ਵਰਬ ਹੈ ਬੀ ਯੂਜ਼ ਹੋਏਗੀ, ਹੈ ਨਾ। ਇਸ ਨੂੰ ਵੀ ਆਪਾਂ ਇਹਦਾ ਮਤਲਬ ਪ੍ਰੈਜ਼ੈਂਟ ਪਰਫੈਕਟ ਬਣਾਵਾਂਗੇ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣੇਗਾ ਕਿਉਂਕਿ ਹੋਰ ਕੋਈ ਮੇਨ ਵਰਬ ਨਹੀਂ ਹੈਗੀ। ਤਾਂ ਆਪਾਂ ਕਹਾਂਗੇ ਹਾਊ ਲੌਂਗ ਸਿਸਟਰ ਹੈ, ਤਾਂ ਆਪਾਂ ਜਦੋਂ ਆਪਣੇ ਸਾਹਮਣੇ ਵਾਲੇ ਆਪਣੇ ਦੋਸਤ ਨੂੰ ਪੁੱਛਾਂਗੇ ਤਾਂ ਆਪਾਂ ਉਸ ਨੂੰ ਇਹੀ ਕਹਾਂਗੇ ਵੀ ਤੁਹਾਡੀ ਸਿਸਟਰ, ਯੋਰ ਸਿਸਟਰ। ਤਾਂ ਯੋਰ ਸਿਸਟਰ ਸਿੰਗੂਲਰ ਹੈ, ਉਸ ਦੇ ਨਾਲ ਕੀ ਲੱਗੇਗਾ? ਹੈਜ਼ ਹੈਵ ਚੋਂ ਹੈਜ਼। ਹਾਊ ਲੌਂਗ ਹੈਜ਼ ਯੋਰ ਸਿਸਟਰ, ਉਸ ਤੋਂ ਬਾਅਦ ਵਰਬ ਦੀ ਥਰਡ ਫਾਰਮ ਬੀਨ, ਬੀਨ ਇਨ ਆਸਟ੍ਰੇਲੀਆ। ਦੇਖੋ ਦੇਖੋ ਬਿਲਕੁਲ ਰਾਈਟ ਹੈ ਨਾ। ਹਾਊ ਲੌਂਗ ਹੈਜ਼ ਯੋਰ ਸਿਸਟਰ ਬੀਨ ਇਨ ਆਸਟ੍ਰੇਲੀਆ, ਵੀ ਤੁਹਾਡੀ ਜਿਹੜੀ ਸਿਸਟਰ ਹੈ ਉਹ ਆਸਟ੍ਰੇਲੀਆ ਦੇ ਵਿੱਚ ਕਿੰਨੇ ਸਮੇਂ ਤੋਂ ਹੈ। ਓਕੇ, ਅੱਗੇ ਦੇਖੋ ਫੋਰਥ, ਯੂ ਮੀਟ ਅ ਵੂਮਨ, ਤੁਸੀਂ ਇੱਕ ਔਰਤ ਨੂੰ ਮਿਲੇ, ਹੂ ਟੈਲਸ ਯੂ ਦੈਟ ਸ਼ੀ ਟੀਚਸ ਇੰਗਲਿਸ਼, ਜਿਹੜੀ ਕੀ ਕਹਿੰਦੀ ਹੈ ਵੀ ਮੈਂ ਇੰਗਲਿਸ਼ ਪੜ੍ਹਾਉਣੀ ਆ। ਯੂ ਆਸਕ ਹਰ, ਹੁਣ ਆਪਾਂ ਉਸ ਤੋਂ ਕੀ ਪੁੱਛ ਰਹੇ ਹਾਂ?
ਹਾਊ ਲੌਂਗ ਯੂ ਟੀਚ ਇੰਗਲਿਸ਼, ਬਿਲਕੁਲ ਸਿੰਪਲ ਹੈ ਵੀ ਤੁਸੀਂ ਕਿੰਨੇ ਸਮੇਂ ਤੋਂ ਇੰਗਲਿਸ਼ ਪੜ੍ਹਾ ਰਹੇ ਹੋ। ਦੇਖੋ ਹਾਊ ਲੌਂਗ ਆ ਗਿਆ, ਇਹ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣੇਗਾ ਕਿਉਂਕਿ ਵਰਬ ਦੀ ਫਾਰਮ ਟੀਚ ਹੈ ਨਾ, ਪ੍ਰੈਜੈਂਟ ਪਰਫੈਕਟ ਕੰਟੀਨਿਊਸ। ਸਭ ਤੋਂ ਪਹਿਲਾਂ ਹਾਊ ਲੌਂਗ ਸਬਜੈਕਟ ਯੂ ਹੈ ਤਾਂ ਯੂ ਨਾਲ ਹੈਵ ਯੂ, ਫਿਰ ਬੀਨ ਆਏਗਾ, ਵਰਬ ਦੀ ਫਸਟ ਫਾਰਮ ਨਾਲ ing, ਟੀਚਿੰਗ ਇੰਗਲਿਸ਼। ਦੇਖੋ ਆਪਾਂ ਪੁੱਛ ਰਹੇ ਹਾਂ ਹਾਊ ਲੌਂਗ ਹੈਵ ਯੂ ਬੀਨ ਟੀਚਿੰਗ ਇੰਗਲਿਸ਼, ਕਿੰਨੇ ਸਮੇਂ ਤੋਂ ਤੁਸੀਂ ਇੰਗਲਿਸ਼ ਪੜ੍ਹਾ ਰਹੇ ਹੋ। ਦੇਖੋ ਪੰਜਵਾਂ, ਟੌਮ ਆਲਵੇਜ਼ ਵੀਅਰਸ ਦ ਸੇਮ ਜੈਕਟ, ਜਿਹੜਾ ਟੌਮ ਹਮੇਸ਼ਾ ਇੱਕੋ ਹੀ ਜੈਕਟ ਪਹਿਨਦਾ ਸੇਮ। ਇਟਸ ਵੈਰੀ ਓਲਡ, ਇਹ ਬਹੁਤ ਜ਼ਿਆਦਾ ਪੁਰਾਣੀ ਹੈ। ਯੂ ਆਸਕ ਹਿਮ, ਹੁਣ ਆਪਾਂ ਉਸ ਤੋਂ ਕੀ ਪੁੱਛਦੇ ਹਾਂ, ਆਪਾਂ ਪੁੱਛਦੇ ਹਾਂ ਹਾਊ ਲੌਂਗ ਯੂ ਹੈਵ ਦੈਟ ਜੈਕਟ, ਵੀ ਤੇਰੇ ਕੋਲ ਇਹ ਜੈਕਟ ਕਿੰਨੇ ਸਮੇਂ ਤੋਂ ਹੈ। ਹਾਊ ਲੌਂਗ ਆ ਗਿਆ ਤਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ, ਬਟ ਇੱਥੇ ਵਰਬ ਦੀ ਫਾਰਮ ਹੈਵ ਹੈ, ਮਤਲਬ ਕਿ ਹੈਵ ਹੈਡ। ਮੈਂ ਤੁਹਾਨੂੰ ਦੱਸਿਆ ਸੀ ਬੀ ਅਤੇ ਹੈਵ, ਤਾਂ ਇੱਥੇ ਵੀ ਪ੍ਰੈਜੈਂਟ ਪਰਫੈਕਟ ਦਾ ਇੰਟੈਰੋਗੇਟਿਵ ਬਣੇਗਾ। ਤਾਂ ਸਭ ਤੋਂ ਪਹਿਲਾਂ ਹਾਊ ਲੌਂਗ ਆਪਾਂ ਕਹਾਂਗੇ ਹਾਊ ਲੌਂਗ, ਤਾਂ ਯੂ ਹੈ ਸਬਜੈਕਟ, ਯੂ ਨਾਲ ਹੈਵ, ਹਾਊ ਲੌਂਗ ਹੈਵ ਯੂ, ਜਿਹੜਾ ਆ ਹੈਵ ਮੇਨ ਵਰਬ, ਇਸ ਦੀ ਥਰਡ ਫਾਰਮ ਹੈਡ, ਉਸ ਤੋਂ ਬਾਅਦ ਦੈਟ ਜੈਕਟ। ਦੇਖੋ ਬਣ ਗਿਆ ਨਾ, ਹਾਊ ਲੌਂਗ ਹੈਵ ਯੂ ਹੈਡ ਦੈਟ ਜੈਕਟ, ਇਹ ਜੈਕਟ ਤੇਰੇ ਕੋਲ ਕਿੰਨੇ ਸਮੇਂ ਤੋਂ ਹੈ। ਛੇਵਾਂ, ਯੂ ਆਰ ਟਾਕਿੰਗ ਟੂ ਅ ਫਰੈਂਡ ਅਬਾਊਟ ਜੇਨ, ਤੁਸੀਂ ਇੱਕ ਆਪਣੇ ਦੋਸਤ ਦੇ ਨਾਲ ਜੇਨ ਦੇ ਬਾਰੇ ਗੱਲ ਕਰ ਰਹੇ ਹੋ। ਹੂ ਨਾਓ ਵਰਕਸ ਐਟ ਦ 에ਅਰਪੋਰਟ, ਜੋ ਕਿ ਹੁਣ 에ਅਰਪੋਰਟ ਤੇ ਕੰਮ ਕਰਦਾ ਹੈ। ਯੂ ਆਸਕ ਯੂਅਰ ਫਰੈਂਡ, ਆਪਣੇ ਦੋਸਤ ਤੋਂ ਹੁਣ ਆਪਾਂ ਕੀ ਪੁੱਛ ਰਹੇ ਹਾਂ। ਦੇਖੋ ਹਾਊ ਲੌਂਗ ਜੋ, ਠੀਕ ਹੈ, ਇੱਥੇ ਜੋ ਦੇ ਬਾਰੇ ਗੱਲ ਕਰ ਰਹੇ ਹਾਂ, ਜੋ ਜਾਂ ਜੇਨ, ਠੀਕ ਹੈ, ਜੋ ਵਰਕ 에ਅਰਪੋਰਟ, ਇਹ ਇੱਥੇ ਜੇਨ ਜਾਂ ਜੋ ਵੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ, ਹੈ ਨਾ। ਮੇਰੇ ਖਿਆਲ ਕੁਝ ਲਿਖਣ ਦੇ ਵਿੱਚ ਕਮੀ ਨਾ ਰਹਿ ਗਈ ਹੋਵੇ, ਬਟ ਤੁਸੀਂ ਤਾਂ ਸੈਂਟੈਂਸ ਬਣਾਉਣ ਦੀ ਗੱਲ ਕਰਨੀ ਹੈ, ਠੀਕ ਹੈ। ਇੱਥੇ ਹੋ ਸਕਦਾ ਜੇਨ ਦੀ ਜਗ੍ਹਾ ਤੇ ਜੋ ਜਾਂ ਕੁਝ ਵੀ ਹੋਵੇ, ਹੈ ਨਾ, ਠੀਕ ਹੈ। ਯੂ ਆਰ ਟਾਕਿੰਗ ਟੂ ਅ ਫਰੈਂਡ ਅਬਾਊਟ ਜੇਨ, ਇੱਥੇ ਆਪਾਂ ਇਹ ਪੜ੍ਹਿਆ ਵੀ ਜੇਨ ਦੇ ਬਾਰੇ ਗੱਲ ਕਰ ਰਹੇ ਹੋ, ਅਤੇ ਉਸ ਤੋਂ ਆਪਾਂ ਪੁੱਛ ਰਹੇ ਹਾਂ ਵੀ ਕਿੰਨੇ ਸਮੇਂ ਤੋਂ। ਆਪਾਂ ਸਿਰਫ ਇਹ ਕੁਐਸਚਨ ਕਰ ਰਹੇ ਹਾਂ ਹਾਊ ਲੌਂਗ ਜੋ ਵਰਕ 에ਅਰਪੋਰਟ, ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਜੋ ਹੈ 에ਅਰਪੋਰਟ ਤੇ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਹੈ। ਵਰਕ ਆ ਗਿਆ, ਵਰਕ ਤੁਹਾਨੂੰ ਦੱਸਿਆ ਸੀ ਬੇਸ਼ੱਕ ਪ੍ਰੈਜੈਂਟ ਪਰਫੈਕਟ ਬਣਾ ਦਿਓ, ਇੱਥੇ ਬੇਸ਼ੱਕ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣਾ ਦਿਓ। ਹਾਊ ਲੌਂਗ ਤੋਂ ਸ਼ੁਰੂ ਕਰਾਂਗੇ ਆਪਾਂ, ਹਾਊ ਲੌਂਗ, ਠੀਕ ਹੈ। ਹਾਊ ਲੌਂਗ ਜੋ ਹੈ, ਜੋ ਦੇ ਨਾਲ ਕੀ ਹੈਗਾ, ਹੈਜ਼ ਹੈਵ ਟੂ ਹੈਜ਼, ਹਾਊ ਲੌਂਗ ਹੈਜ਼, ਠੀਕ ਹੈ, ਜੋ ਹਾਊ ਲੌਂਗ ਹੈਜ਼ ਜੋ, ਜੇ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣਾਉਣੇ ਆ ਫਿਰ ਤਾਂ ਬੀਨ ਆਊਗਾ, ਬੀਨ ਵਰਕਿੰਗ ਐਟ ਦ 에ਅਰਪੋਰਟ। ਜੇ ਪਰਫੈਕਟ ਬਣਾਉਣਾ ਹੈ ਤਾਂ ਹਾਊ ਲੌਂਗ ਹੈਜ਼ ਜੋ ਵਰਕਡ ਐਟ ਦ 에ਅਰਪੋਰਟ, ਠੀਕ ਹੈ। ਤਾਂ ਇੱਥੇ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣਾ ਦਿੰਦੇ ਆ, ਹਾਊ ਲੌਂਗ ਹੈਜ਼ ਜੋ ਬੀਨ ਵਰਕਿੰਗ ਐਟ ਦ 에ਅਰਪੋਰਟ, ਠੀਕ ਹੈ। ਐਟ ਦ 에ਅਰਪੋਰਟ, ਤੁਸੀਂ ਐਟ ਦ 에ਅਰਪੋਰਟ ਲਿਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਸੱਤਵਾਂ ਦੇਖੋ, ਯੂ ਮੀਟ ਸਮਬਡੀ ਔਨ ਅ ਪਲੇਨ, ਤੁਸੀਂ ਕਿਸੇ ਨੂੰ ਪਲੇਨ ਦੇ ਵਿੱਚ ਮਿਲਦੇ ਹੋ, ਜਹਾਜ਼ ਦੇ ਵਿੱਚ ਕਿਸੇ ਬੰਦੇ ਨੂੰ। ਸ਼ੀ ਸੇਜ਼ ਦੈਟ, ਉਹ ਕਹਿੰਦੀ ਹੈ, ਠੀਕ ਹੈ, ਉਹ ਮਤਲਬ ਔਰਤ ਹੈ। ਸ਼ੀ ਲਿਵਜ਼ ਇਨ ਸ਼ਿਕਾਗੋ, ਵੀ ਉਹ ਸ਼ਿਕਾਗੋ ਦੇ ਵਿੱਚ ਰਹਿੰਦੀ ਹੈ। ਹੁਣ ਆਪਾਂ ਉਸ ਤੋਂ ਪੁੱਛ ਰਹੇ ਹਾਂ ਯੂ ਆਲਵੇਜ਼ ਲਿਵ ਇਨ ਸ਼ਿਕਾਗੋ, ਕੀ ਤੁਸੀਂ ਹਮੇਸ਼ਾ ਸ਼ਿਕਾਗੋ ਦੇ ਵਿੱਚ ਹੀ ਰਹਿੰਦੇ ਹੋ, ਹੈ ਨਾ। ਆਲਵੇਜ਼ ਵੀ ਮਤਲਬ ਹਮੇਸ਼ਾ ਤੋਂ ਸ਼ਿਕਾਗੋ ਦੇ ਵਿੱਚ ਹੀ ਰਹੇ ਹੋ ਤੁਸੀਂ, ਇਹ ਪੁੱਛ ਰਹੇ ਹਾਂ ਵੀ ਆਲਵੇਜ਼ ਹਮੇਸ਼ਾ ਸ਼ਿਕਾਗੋ ਦੇ ਵਿੱਚ ਹੀ ਰਹਿੰਦੇ ਆ ਰਹੇ ਹੋ, ਕੁੱਲ ਮਿਲਾ ਕੇ ਗੱਲ ਹੈ। ਬਟ ਇੱਕ ਚੀਜ਼ ਧਿਆਨ ਦੇਣੀ ਹੈ, ਇੱਥੇ ਆਲਵੇਜ਼ ਆ ਗਿਆ, ਜਦੋਂ ਆਲਵੇਜ਼ ਹੁੰਦਾ ਉਦੋਂ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ, ਆਪਾਂ ਪ੍ਰੈਜੈਂਟ ਪਰਫੈਕਟ ਬਣਾਵਾਂਗੇ। ਔਰ ਇੰਟੈਰੋਗੇਟਿਵ ਬਣਾਉਣਾ ਹੈ ਤਾਂ ਇੱਥੇ ਯੂ ਹੈ ਇਕੱਲਾ ਸਬਜੈਕਟ, ਤਾਂ ਸਬਜੈਕਟ ਤੋਂ ਪਹਿਲਾਂ ਹੈਜ਼ ਹੈਵ ਦਾ ਯੂਜ਼ ਕਰਾਂਗੇ, ਤਾਂ ਯੂ ਦੇ ਨਾਲ ਆਏਗਾ ਹੈਵ, ਤਾਂ ਸਭ ਤੋਂ ਪਹਿਲਾਂ ਲਗਾਵਾਂਗੇ ਆਪਾਂ ਹੈਵ, ਫਿਰ ਯੂ, ਹੈਵ ਯੂ। ਉਸ ਤੋਂ ਬਾਅਦ ਆਪਾਂ ਆਲਵੇਜ਼ ਦਾ ਯੂਜ਼ ਕਰਾਂਗੇ, ਹੈਵ ਯੂ ਆਲਵੇਜ਼, ਆਲਵੇਜ਼ ਤਾਂ ਉੱਥੇ ਹੀ ਰਹੇਗਾ ਨਾ, ਹੈਵ ਯੂ ਆਲਵੇਜ਼, ਕਿਉਂਕਿ ਪ੍ਰੈਜੈਂਟ ਪਰਫੈਕਟ ਬਣਾਵਾਂਗੇ ਤਾਂ ਲਿਵ ਦਾ ਆਪਾਂ ਕਰਦੇ ਹਾਂ ਲਿਵਡ, always lived in Chicago, in Chicago question mark। आई होप कि ਤੁਹਾਨੂੰ ਸਮਝ ਆ ਗਿਆ, ਬਿਲਕੁਲ ਈਜ਼ੀ ਜਿਹੀ ਕੰਮ ਹੈ ਇਹ। ਇਹਨਾਂ ਨੇ ਆਪਾਂ ਨੂੰ ਜਿਹੜੇ ਸ਼ਬਦ ਦਿੱਤੇ ਨੇ ਇਹਨਾਂ ਤੋਂ ਪਤਾ ਚੱਲਦਾ ਜਾ ਰਿਹਾ। ਬਾਕੀ ਤਾਂ ਸਾਰੇ ਦੇਖੋ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਨੂੰ ਹੀ ਦਰਸਾਉਂਦੇ ਨੇ, ਬਟ ਕਈ ਵਾਰ ਵਰਬ ਦੀ ਫਾਰਮ ਇਹੋ ਜਿਹੀ ਆ ਜਾਂਦੀ ਆ, ਆਪਾਂ ਪ੍ਰੈਜੈਂਟ ਇਕੱਲਾ ਪਰਫੈਕਟ ਬਣਾਉਣੇ ਆ, ਜਿਸ ਤਰ੍ਹਾਂ ਬੀ ਵਰਬ ਦੀ ਫਾਰਮ ਆ ਗਈ, ਜਾਂ ਫਿਰ ਹੈਵ ਆ ਗਈ, ਹੈ ਨਾ, ਜਾਂ ਜਿੱਦਾਂ ਲਿਵ ਆ ਗਿਆ, ਹੈ ਨਾ, ਲਿਵ ਦੇ ਨਾਲ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਵੀ ਬਣਾ ਸਕਦੇ ਆ ਤੇ ਪ੍ਰੈਜੈਂਟ ਪਰਫੈਕਟ ਵੀ। ਰੂਲਸ ਸਾਰੇ ਦੇਖੋ ਸੇਮ ਨੇ, ਤੁਹਾਡੇ ਸਾਹਮਣੇ ਨੇ। ਲਾਸਟ ਦੇ ਵਿੱਚ ਆਲਵੇਜ਼ ਆ ਗਿਆ ਤੇ ਆਲਵੇਜ਼ ਨਾਲ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ, ਪ੍ਰੈਜੈਂਟ ਪਰਫੈਕਟ ਦਾ ਇੰਟੈਰੋਗੇਟਿਵ ਬਣਾਵਾਂਗੇ।
ਸੋ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਸੈਕਿੰਡ। ਥਰਡ ਵਾਲੀ ਆਪਾਂ ਨੇ ਨਹੀਂ ਕਰਨੀ। ਜੇਕਰ ਤੁਸੀਂ ਚਾਹੋ ਆਪਣੀ ਪ੍ਰੈਕਟਿਸ ਦੇ ਲਈ ਤੁਸੀਂ ਉਸ ਨੂੰ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਆਪਾਂ ਐਗਜ਼ਾਮਸ ਦੇ ਲਈ ਫਸਟ ਐਂਡ ਸੈਕਿੰਡ ਵਾਲੀ ਜਿਹੜੀ ਐਕਸਰਸਾਈਜ਼ ਹੈ ਉਹ ਆਪਾਂ ਕਰਨੀ ਹੈ। ਬਿਲਕੁਲ ਸਿੰਪਲ ਸੀ ਇਹ ਯੂਨਿਟ। ਜੇਕਰ ਤੁਹਾਨੂੰ ਪਸੰਦ ਆਈ ਹੈ ਵੀਡੀਓ, ਵਧੀਆ ਲੱਗੀ ਹੈ, ਸਮਝ ਆਈ ਹੈ ਤਾਂ ਅੱਗੇ ਸ਼ੇਅਰ ਕਰੋ, ਸਾਰੇ ਸਟੂਡੈਂਟਸ ਤੱਕ ਪਹੁੰਚਾਇਆ ਕਰੋ। ਆਪਣੇ ਜਿੱਥੇ ਵੀ ਕਾਲਜ ਦੇ ਵਿੱਚ ਪੜ੍ਹਦੇ ਹੋ ਕਾਲਜ ਦੇ ਵਿੱਚ ਸ਼ੇਅਰ ਕਰਿਆ ਕਰੋ। ਆਂਡੀਆਂ ਗਵਾਂਢੀਆਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਸਾਰਿਆਂ ਤੱਕ ਵੀਡੀਓ ਹੈ ਜਿਹੜੀ ਉਹ ਪਹੁੰਚਾਇਆ ਕਰੋ। ਆਪਣਾ ਸਟੇਟਸ ਵਗੈਰਾ ਤੁਸੀਂ ਲਾ ਲਿਆ ਕਰੋ। ਔਰ ਜੇਕਰ ਤੁਸੀਂ ਚੈਨਲ ਉੱਪਰ ਫਸਟ ਟਾਈਮ ਆਉਂਦੇ ਹੋ, ਵਿਜ਼ਿਟ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।